ਵਾਹਿਗੁਰੂ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਵਿੱਚ ਇਹ ਦੇ ਰਹੇ ਨੇ, ਆਪਾਂ ਨੂੰ ਸਮਝਾਉਂਦੇ ਕਿ ਇਹ ਮਾਨਸ ਜਾਮੇ ਵਿੱਚ ਅਸੀਂ ਹੁਣ ਸਾਰੀ ਪਿਛਲੇ ਪੂਰਬਲੇ ਜਨਮਾਂ ਦੇ ਵਿਛੜੇ ਹੋਏ ਸੰਜੋਗੀ ਇਕੱਠੇ ਹੋਏ ਹਾਂ। ਸੰਜੋਗ ਸਾਡਾ ਪਹਿਲਾਂ ਵੀ ਜੁੜਦਾ ਰਿਹਾ, ਫਿਰ ਵਿਛੜ ਜਾਂਦੇ, ਫਿਰ ਸੰਜੋਗ ਹੁੰਦਾ, ਫਿਰ ਵਿਛੜ ਜਾਂਦੇ। ਹੁਣ ਮਾਨਸ ਜਾਮੇ ਵਿੱਚ ਸਤਿਗੁਰੂ ਨੇ ਕਿਰਪਾ ਕੀਤੀ, ਆਪਾਂ ਨੂੰ ਫਿਰ ਸੰਜੋਗ ਜੋੜ ਕੇ ਸਾਰਿਆਂ ਨੂੰ ਇਕੱਠਾ ਕਰਨ ਵਿੱਚ। ਮਹਾਰਾਜ ਫਰਮਾਉਂਦੇ, ਪੂਰਬ ਜਨਮ ਕੇ ਮਿਲੇ ਸੰਜੋਗੀ। ਪੂਰਬਲੇ ਜਨਮਾਂ ਦੇ ਪਿਛਲੇ ਆਪਾਂ ਸੰਜੋਗੀ ਇਕੱਠੇ ਹੋਏ। ਹੁਣ ਜਦੋਂ ਆਪਾਂ ਵਿਛੜਿਆ ਹੋਇਆ ਪਰਿਵਾਰ ਸਾਰੇ ਇਕੱਠੇ ਹੁੰਦੇ ਆ, ਫਿਰ ਅਸੀਂ ਆਪਦਾ ਜੋ ਪਿਛੋਕੜ ਹੈ ਉਹ ਅਸੀਂ ਫਿਰ ਆਪਦਾ ਪਿਛੋਕੜ ਫੋਲਦੇ ਹਾਂ। ਅਸੀਂ ਕਹਾਣੀਆਂ ਕਰਦੇ ਹਾਂ ਆਪਦੇ ਮਾਤਾ ਪਿਤਾ ਦੀਆਂ, ਇਹ ਜੋ ਸਾਡਾ ਸਾਰਿਆਂ ਦਾ ਮੂਲ, ਜੋ ਸਾਡਾ ਸਾਰਿਆਂ ਦਾ ਨਿਰੰਕਾਰ ਵਾਹਿਗੁਰੂ, ਮਾਤਾ ਪਿਤਾ, ਅਸੀਂ ਸਾਰੇ ਉਹਦੇ ਬੱਚੇ। ਫਿਰ ਆਪਾਂ ਸਾਰੇ ਮਿਲ ਕੇ ਇਹ ਮਾਲਕ ਦੇ ਗੁਣ ਗਾਉਂਦੇ ਆ, ਉਹਦੀ ਉਸਤਤ ਵਡਿਆਈ ਕਰਦੇ ਆ, ਰਮਾਉਂਦੇ ਨੇ ਬਵਾਣੀਆਂ ਕਹਾਣੀਆਂ। ਪੁੱਤ ਸਪੁੱਤ ਕਰੇਣ, ਸਤਿਗੁਰ ਭਾਵੇ ਤਾਂ ਮੰਨ ਲੈਣ, ਸਹੀ ਕਰਮ ਕਰੇਣ। ਹੁਣ ਇਹ ਮਾਲਕ ਦੀਆਂ ਕਹਾਣੀਆਂ ਕੌਣ ਕਰਦਾ? ਜਿਹੜੇ ਮਾਲਕ ਦੇ ਬੱਚੇ, ਜਿਹੜੇ ਲਾਇਕ ਨੇ, ਜਿਹੜੇ ਹੁਕਮ 'ਚ ਆ ਗਏ, ਉਹ ਫਿਰ ਮਾਲਕ ਦੀ ਉਸਤਤ, ਮਾਲਕ ਦੀ ਵਡਿਆਈ ਕਰਦੀ। ਤੇ ਆਪਾਂ ਫਿਰ ਸਾਰਾ ਪਰਿਵਾਰ ਜੋ ਪਿਛਲੇ ਜਨਮਾਂ ਦਾ ਸੰਜੋਗੀ ਇਕੱਠੇ ਹੋ ਕੇ ਫਿਰ ਆਪਾਂ ਸਾਰੇ ਸਿਮਰਨ ਅਭਿਆਸ ਕਰਦੇ ਹਾਂ। ਤੇ ਜੋ ਆਪਾਂ ਨੂੰ ਸਤਿਗੁਰੂ ਫਿਰ ਉਪਦੇਸ਼ ਦੇ ਰਹੇ, ਉਹਦੇ ਉੱਤੇ ਆਪਾਂ ਵਿਚਾਰ ਕਰਦੇ ਹਾਂ। ਆਓ ਹੁਣ ਜੋ ਆਪਾਂ ਪਿਛਲੇ ਕੁਝ ਦਿਨਾਂ ਤੋਂ
ਜੋ ਆਪਾਂ ਨੂੰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਜੋ ਆਪਾਂ ਨੂੰ ਭੇਜ ਦੇ ਰਹੇ, ਸਮਝਾ ਰਹੇ, ਸਤਿਗੁਰਾਂ ਦੀ ਅਕਾਲ ਪੁਰਖ ਦੀ ਕਿਰਪਾ ਦੁਆਰਾ ਇਹ ਆਪਾਂ ਵਿਚਾਰ ਕਰਦੇ ਹਾਂ। ਕੱਲ੍ਹ ਆਪਾਂ 14ਵੀਂ ਅਸ਼ਟਪਦੀ ਦੇ ਵਿਚਾਰ ਕਰ ਰਹੇ ਸੀ। 2 ਪਦੀਆਂ ਤੱਕ ਆਪਾਂ ਵਿਚਾਰ ਕੀਤੀ ਸੀ। ਇਸ ਤੋਂ ਅੱਗੇ ਤੀਜੇ ਪਦੇ ਵਿੱਚ ਮਹਾਰਾਜ ਆਪਾਂ ਨੂੰ ਫਰਮਾਨ ਕਰਦੇ, ਬੜੇ ਭਾਗੀ ਤੇ ਜਨ ਜਗ ਮਾਹੀ, ਸਦਾ ਸਦਾ ਹਰ ਕੇ ਗੁਣ ਗਾਏ। ਮਹਾਰਾਜ ਕਹਿੰਦੇ ਵੀ ਉਹ ਜਨ ਵੱਡੇ ਭਾਗਾਂ ਵਾਲੇ ਜਿਹੜੇ ਸਦਾ ਹੀ ਪਰਮਾਤਮਾ ਦੇ ਗੁਣ ਗਾਉਂਦੇ, ਜਿਹੜੇ ਸਦਾ ਹੀ ਸਿਮਰਨ ਕਰਦੇ, ਜਿਹੜੇ ਮਾਲਕ ਨਿਰੰਕਾਰ ਦੀ ਸੋਭਾ ਕਰਦੇ, ਮਹਿਮਾ ਕਰਦੇ, ਉਹ ਜਨ, ਉਹ ਗੁਰਮੁਖ ਕਹਿੰਦੇ ਵੱਡੇ ਭਾਗਾਂ ਵਾਲੇ ਵਡਭਾਗੀ ਨੇ। ਹੁਣ ਆਪਾਂ ਵੀ ਜਦੋਂ ਸਤਸੰਗਤ 'ਚ ਆਉਂਦੇ ਹਾਂ, ਸਤਸੰਗਤ ਕਰਦੇ ਹਾਂ, ਆਪਾਂ ਵੀ ਸਾਰੇ ਵੱਡੇ ਭਾਗਾਂ ਵਾਲੇ ਹਾਂ। ਮਹਾਰਾਜ ਫਰਮਾਉਂਦੇ, ਵਡਭਾਗੀ ਸਤ ਸੰਗਤ ਪਾਵੇ, ਭਾਗਹੀਣ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨ ਲੱਭੇ, ਬਿਨ ਸੰਗਤ ਮੈਲ ਭਰੀ ਜੇ ਤੀ। ਵੱਡੇ ਭਾਗਾਂ ਦੇ ਨਾਲ ਸਾਨੂੰ ਇਹ ਸਤ ਸੰਗਤ ਪ੍ਰਾਪਤ ਹੁੰਦੀ, ਸਾਧ ਸੰਗਤ ਪ੍ਰਾਪਤ ਹੁੰਦੀ, ਤੇ ਜਦ ਤੱਕ ਜੀਵ ਨੂੰ ਇਹ ਸਤ ਸੰਗਤ ਮਿਲਦੀ ਨਹੀਂ, ਉਹਦਾ ਮਨ ਮੈਲ ਦੇ ਨਾਲ ਭਰਿਆ ਹੋਇਆ। ਇੰਨਾ ਮਨ ਮੈਲਾ, ਇੰਨਾ ਮਲੀਨ ਹੈ, ਇੰਨਾ ਕਾਲਾ ਹੈ ਕਿ ਇਹ ਕਾਲਾ ਸ਼ਾਹ ਹੋ ਚੁੱਕੇ, ਜਿਵੇਂ ਕੋਹਲੂ ਦੀ ਲੀਰ ਹੁੰਦੀ ਕਾਲੀ ਹੋ ਜਾਂਦੀ, 100 ਵਾਰ ਵੀ ਸਾਬਣ ਲਾਈਏ ਤਾਂ ਵੀ ਉਹਦਾ ਕਾਲਾਪਨ ਨਹੀਂ ਜਾਂਦਾ। ਉਹ ਅਵਸਥਾ ਫਿਰ ਇਹ ਮਨ ਦੀ ਹੋ ਗਈ। ਮਹਾਰਾਜ ਕਹਿੰਦੇ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੁਆ ਸ਼ਾਹੂ, ਖਨਲੀ ਧੋਤੀ ਉਜਲ ਨਾ ਹੋ ਗਈ, ਜੇ ਸੋ ਧੋਵਣ ਪਾਹੂ। ਬਈ ਉਹ ਜਿਵੇਂ ਕੋਹਲੂ ਦੀ ਲੀਰ, ਉਹ ਧੋਤੀ ਮਹਾਰਾਜ ਕਹਿੰਦੇ ਉਜਲ ਨਹੀਂ ਹੁੰਦੀ, ਉਹ ਸਾਫ਼ ਨਹੀਂ ਹੁੰਦੀ, ਚਾਹੇ 100 ਵਾਰੀ ਉਹਨੂੰ ਸਾਬਣ ਲਾਓ। ਇਸੇ ਤਰ੍ਹਾਂ ਹੀ ਕਹਿੰਦੇ ਸਤ ਸੰਗਤ ਤੋਂ ਮਿਲਣਾ, ਸਾਡਾ ਮਨ ਹੈ ਜਿਹੜਾ ਇੰਨਾ ਮੈਲਾ ਹੋ ਜਾਂਦਾ, ਕੋਹਲੂ ਦੀ ਲੀਰ ਵਰਗਾ, ਬਈ ਅੱਤ ਦਾ ਮਲੀਨ ਹੋ ਜਾਂਦਾ, ਕਾਲਾ ਸ਼ਾਹ ਹੋ ਜਾਂਦਾ। ਤੇ ਜਦੋਂ ਫਿਰ ਆਪਾਂ ਸਤ ਸੰਗਤ 'ਚ ਆਉਂਦੇ, ਫਿਰ ਇਹ ਸਾਡੇ ਮਨ ਦੀ ਕਾਲਖ ਉਤਰਦੀ, ਸਾਡੇ ਮਨ ਦੀ ਮੈਲ ਉਤਰਦੀ ਹੈ। ਇਸ ਲਈ ਮਹਾਰਾਜ ਕਹਿੰਦੇ ਉਹ ਫਿਰ ਜਨ ਵਡਭਾਗੀ ਨੇ, ਕਿਹੜੇ ਜਿਹੜੇ ਫਿਰ ਪਰਮਾਤਮਾ ਦੇ ਗੁਣ ਗਾਉਂਦੇ, ਜਿਹੜੇ ਉਹਦਾ ਸਿਮਰਨ ਕਰਦੇ ਨੇ। ਫਿਰ ਮਹਾਰਾਜ ਅੱਗੇ ਫਰਮਾਉਂਦੇ, RAM ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ। ਜਿਹੜੇ ਗੁਰਮੁਖ ਉਹ RAM ਪਰਮਾਤਮਾ ਵਾਹਿਗੁਰੂ ਨੂੰ RAM ਆਖੇ, RAM ਦੀ ਨਾਮ ਦੀ, ਜੋ ਨਾਮ ਸਾਡੇ ਸਾਰਿਆਂ ਵਾਸਤੇ ਹੁਕਮ, ਜਿਹਨੂੰ ਸ਼ਬਦ ਗੁਰੂ ਨਾਦ ਕਹਿੰਦੇ, ਜਿਹੜੇ ਗੁਰਮੁਖ ਸੱਚ ਦੀ ਨਾਮ ਦੀ ਵਿਚਾਰ ਕਰਦੇ, ਉਹ ਮਹਾਰਾਜ ਕਹਿੰਦੇ ਧਨਵੰਤ, ਉਹ ਧਨਾਟ ਨੇ। ਇਸ ਸੰਸਾਰ ਦੇ ਵਿੱਚ ਉਹਨਾਂ ਨੂੰ ਧਨਵੰਤ ਸਮਝੋ। ਇੱਕ ਤਾਂ ਸੰਸਾਰ 'ਚ ਜੀਵ ਧਨਵੰਤ ਕਹਿੰਦੇ ਨਾ, ਵੀ ਜਿਹਦੇ ਕੋਲ ਦੁਨਿਆਵੀ ਧਨ ਜ਼ਿਆਦਾ ਹੈ, ਮਾਇਆ ਜ਼ਿਆਦਾ ਇਕੱਠੀ, ਕਹਿੰਦੇ ਇਹ ਬੜਾ ਧਨਾਟ ਹੈ ਜੀ, ਇਹ ਬੜਾ ਧਨਵੰਤ ਹੈ ਜੀ, ਵੀ ਇਹਦੇ ਕੋਲ ਧਨ ਬਹੁਤ ਜ਼ਿਆਦਾ ਹੈ। ਹੁਣ ਗੁਰਬਾਣੀ ਗੁਰੂ ਕਿਹਨੂੰ ਧਨਵੰਤ ਕਹਿੰਦੇ? ਸਤਿਗੁਰੂ ਕਹਿੰਦੇ ਵੀ ਜਿਨ੍ਹਾਂ ਪੱਲੇ ਨਾਮ ਹੈ, ਜਿਹੜੇ ਨਾਮ ਦੀ ਵਿਚਾਰ ਕਰਦੇ, ਉਹ ਧਨਵੰਤ। ਜਿਹੜੇ ਮਾਲਕ ਦੀ ਸਿਫਤ ਸਲਾਹ ਕਰਦੇ, ਪਰਮਾਤਮਾ ਦੀ ਵਡਿਆਈ ਕਰਦੇ ਗੁਰਮੁਖ, ਉਹ ਧਨਵੰਤ ਨੇ, ਉਹ ਪਾਤਸ਼ਾਹਾਂ ਦੇ ਵੀ ਪਾਤਸ਼ਾਹ। ਰਮਾਉਂਦੇ ਨੇ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਸੇ ਬਾਦਸ਼ਾਹ। ਬਈ ਜਿਨ੍ਹਾਂ ਨੂੰ ਮਾਲਕ ਨੇ ਆਪਦੀ ਸਿਫਤ ਸਲਾਹ ਬਖਸ਼ਿਸ਼ ਕੀਤੀ,
ਜਿਹੜੇ ਪਰਮਾਤਮਾ ਦੀ ਸੋਭਾ ਕਰਦੇ, ਉਹਦੀ ਮਹਿਮਾ ਕਰਦੇ, ਸੱਚ ਤੇ ਨਾਮ ਦੀ ਵਿਚਾਰ ਕਰਦੇ, ਉਹਨਾਂ ਨੂੰ ਕਹਿੰਦੇ ਫਿਰ ਇਹ ਧਨਵੰਤ ਨੇ, ਇਹ ਕਲਵੰਤ ਨੇ, ਇਹ ਪਤਵੰਤ ਨੇ, ਵੀ ਇਹ ਧਨੀ ਨੇ, ਵੀ ਇਹਨਾਂ ਪੱਲੇ ਨਾਮ ਧਨ ਨੇ, ਇਹ ਅਸਲ ਧਨਾਟ ਨੇ, ਇਹ ਅਸਲ ਅਮੀਰ ਨੇ। ਜਿਨ੍ਹਾਂ ਦੇ ਪੱਲੇ ਨਾਮ ਧਨ ਨਹੀਂ, ਉਹਨਾਂ ਨੂੰ ਗਰੀਬ ਕਹਿੰਦੇ, ਉਹਨਾਂ ਨੂੰ ਨਿਰਧਨ ਕਹਿੰਦੇ। ਇਹ ਧਨ ਤੋਂ ਬਿਨਾਂ ਇਹ ਨਿਰਧਨ ਨੇ। ਮਾਰੇ ਫਰਮਾਉਂਦੇ ਬਿਨ ਨਾਮੇ ਸਭ ਕੋਈ ਨਿਰਧਨ, ਸਤਿਗੁਰ ਬੂਝ ਬੁਝਾਈ। ਸਤਿਗੁਰੂ ਸਾਨੂੰ ਫਿਰ ਬੁਝਾਉਂਦੇ ਕਿ ਨਾਮ ਤੋਂ ਬਿਨਾਂ ਜੀਵ ਕੰਗਾਲ ਹੈ। ਜਿਨ੍ਹਾਂ ਦੇ ਪੱਲੇ ਨਾਮ ਨਹੀਂ, ਉਹ ਨੇ ਜਿਹੜੇ, ਉਹ ਬਹੁਤੇ ਗਰੀਬ ਨੇ, ਉਹ ਕੰਗਾਲ ਨੇ, ਉਹਨਾਂ ਦੀ ਕੋਈ ਇੱਜ਼ਤ ਨਹੀਂ ਹੈ, ਉਹਨਾਂ ਦੀ ਕੋਈ ਪੱਤ ਨਹੀਂ ਹੈ। ਤੇ ਜਿਨ੍ਹਾਂ ਦੇ ਪੱਲੇ ਨਾਮ ਧਨ, ਜਿਹੜੇ ਮਾਲਕ ਦੀ ਸਿਫਤ ਸਲਾਹ ਕਰਦੇ, ਵਡਿਆਈ ਕਰਦੇ, ਉਹਨਾਂ ਨੂੰ ਫਿਰ ਕਹਿੰਦੇ ਵੀ ਉਹਨਾਂ ਨੂੰ ਸੰਸਾਰ ਦੇ ਵਿੱਚ ਧਨੀ ਸਮਝੋ, ਉਹਨਾਂ ਨੂੰ ਧਨਵੰਤ ਸਮਝੋ। ਏਰ ਮਹਾਰਾਜ ਅੱਗੇ ਬਖਸ਼ਿਸ਼ ਕਰਦੇ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ। ਬਈ ਉਹ ਗੁਰਮੁਖ ਫਿਰ ਸਦਾ ਹੀ ਮੁਖ ਚੋਂ ਮਾਲਕ ਦੀ ਵਡਿਆਈ ਕਰਦੇ, ਉਹਦਾ ਸਿਮਰਨ ਕਰਦੇ, ਉਹਦੀ ਮਹਿਮਾ ਕਰਦੇ, ਸੱਚ ਤੇ ਨਾਮ ਦੀ ਸੋਭਾ ਕਰਦੇ, ਸਾਡੇ ਘਰ ਦੀ ਵਿਚਾਰ ਕਰਦੇ, ਆਪ ਵੀ ਸਿਮਰਨ ਕਰਦੇ, ਸਾਨੂੰ ਵੀ ਕਹਿੰਦੇ ਵੀ ਤੁਸੀਂ ਵੀ ਕਰੋ। ਆਪ ਵੀ ਕਰਦੇ, ਆਪਾਂ ਨੂੰ ਵੀ ਕਰਾਉਂਦੇ, ਆਪ ਵੀ ਸਿਫਤ ਸਲਾਹ ਕਰਦੇ ਮਾਲਕ ਦੀ, ਤੇ ਨਾਲ ਆਪਾਂ ਨੂੰ ਸੰਗਤ ਕਰਾ ਕੇ ਆਪਣਾ ਵੀ ਧਨ ਜਮ੍ਹਾਂ ਕਰਾ ਦਿੰਦੇ। ਐਸੇ ਜਿਹੜੇ ਗੁਰਮੁਖ ਮਹਾਰਾਜ ਕਹਿੰਦੇ, ਉਹਨਾਂ ਨੂੰ ਸਦਾ ਤੁਸੀਂ ਸੁਖੀ ਸਮਝੋ। ਉਹ ਸਦਾ ਸੁਖੀ ਨੇ, ਅੰਦਰੋਂ ਮਨ ਕਰਕੇ ਉਹ ਕਦੇ ਦੁਖੀ ਨਹੀਂ ਹੁੰਦੇ। ਉਹਨਾਂ ਦਾ ਮਨ ਹੈ ਜਿਹੜਾ, ਉਹ ਸਦਾ ਘਰ ਦੇ ਵਿੱਚ ਰਹਿੰਦਾ, ਤੇ ਘਰ ਦੇ ਵਿੱਚ ਆਨੰਦ ਹੀ ਆਨੰਦ, ਘਰ ਦੇ ਵਿੱਚ ਸੁੱਖ ਹੀ ਸੁੱਖ। ਇਸ ਕਰਕੇ ਫਿਰ ਇਹ ਸੰਸਾਰ ਦਾ ਉਹਨਾਂ ਨੂੰ ਦੁੱਖ ਹੈ ਜਿਹੜਾ, ਉਹ ਪਾਉਂਦਾ ਨਹੀਂ। ਸੰਸਾਰ ਦੇ ਉਹ ਇਹਨਾਂ ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਜਾਂਦੇ। ਜੇ ਦੁੱਖ ਆ ਗਿਆ ਤਾਂ ਵੀ ਮਾਲਕ ਨੂੰ ਹੀ ਧਿਆਉਣਾ, ਜੇ ਸੁੱਖ ਹੈ ਤਾਂ ਵੀ ਉਹਨੂੰ ਹੀ ਧਿਆਉਣਾ। ਇਹ ਸਮਝ ਫਿਰ ਸਾਨੂੰ ਗੁਰੂ ਤੋਂ ਮਿਲਦੀ। ਮਾਰੇ ਕਹਿੰਦੇ ਦੁੱਖ ਸੁੱਖ ਪਿਆਰੇ ਤੁਧ ਤੇ ਆਈ, ਇਹ ਸਮਝ ਗੁਰੂ ਤੇ ਪਾਈ। ਹੁਣ ਗੁਰੂ ਨੇ ਤਾਂ ਸਾਨੂੰ ਇਹ ਸਮਝ ਦਿੱਤੀ, ਔਰ ਜੀਵ ਜਦੋਂ ਆਪਦੀ ਮੱਤ ਦੁਆਰਾ ਚੱਲਦਾ, ਜਦੋਂ ਦਾ ਦੁੱਖ ਆਉਂਦਾ, ਜਦੋਂ ਤਾਂ ਉਹਨੂੰ ਕੋਈ ਮਤਲਬ ਹੁੰਦਾ, ਉਦੋਂ ਤਾਂ ਚੇਤੇ ਕਰਦਾ ਮਾਲਕ। ਜਦੋਂ ਦੇਖਦਾ ਵੀ ਕੋਈ ਲੋੜ ਨਹੀਂ, ਜਦੋਂ ਸੁਖੀ ਹੋ ਜਾਂਦਾ, ਉਦੋਂ ਭੁੱਲ ਜਾਂਦਾ। ਇਸ ਕਰਕੇ ਫਿਰ ਸੰਸਾਰ ਜਿਵੇਂ ਸੁੱਖਾਂ ਪਾਸੇ ਭੱਜਦਾ, ਤੇ ਜੇ ਇਹਨਾਂ ਸੁੱਖਾਂ 'ਚ ਸਾਨੂੰ ਰੱਬ ਹੀ ਭੁੱਲਿਆ, ਵਾਹਿਗੁਰੂ ਭੁੱਲਿਆ, ਤੇ ਫਿਰ ਇਹ ਸੁੱਖ ਨਹੀਂ ਹੈ, ਇਹ ਸਾਡੇ ਵਾਸਤੇ ਦੁੱਖ ਨੇ, ਇਹ ਰੋਗ ਨੇ। ਤੇ ਜੇ ਸਾਨੂੰ ਕੋਈ ਦੁੱਖ ਆਇਆ, ਉਹ ਦੁੱਖ ਦੇ ਵਿੱਚ ਅਸੀਂ ਪਰਮਾਤਮਾ ਨੂੰ ਚੇਤੇ ਕਰਦੇ, ਸਾਨੂੰ ਮਾਲਕ ਦੀ ਯਾਦ ਦਿਵਾਉਂਦਾ ਉਹ ਦੁੱਖ। ਫਿਰ ਉਹ ਦੁੱਖ ਨਹੀਂ, ਉਹ ਦੁੱਖ ਹੀ ਸਾਡੇ ਵਾਸਤੇ ਦਾਰੂ ਬਣ ਜਾਂਦਾ। ਮਾਰੇ ਫਰਮਾਉਂਦੇ ਦੁੱਖ ਦਾਰੂ ਸੁੱਖ ਰੋਗ ਪਿਆ। ਬਈ ਦੁੱਖ ਤਾਂ ਸਾਡੇ ਵਾਸਤੇ ਦਾਰੂ ਬਣ ਗਿਆ, ਜਿਹਨੇ ਸਾਨੂੰ ਪਰਮਾਤਮਾ ਹੀ ਚੇਤੇ ਕਰਾ ਦਿੱਤਾ, ਜਿਹਨੇ ਸਾਨੂੰ ਦੁੱਖ ਨੇ ਸਾਨੂੰ ਬੰਧਨਾਂ ਤੋਂ ਯਾਦ ਕਰਾ ਦਿੱਤਾ। ਸਾਨੂੰ ਅਸਲੀਅਤ ਦਾ ਪਤਾ ਲੱਗ ਗਿਆ ਵੀ ਸਾਡਾ ਅਸਲ ਸੰਗੀ ਸਾਥੀ ਕੌਣ ਹੈ। ਬਈ ਇਹ ਸੰਸਾਰ ਦੇ ਤਾਂ ਸਭ ਰਿਸ਼ਤੇ ਨਾਤੇ ਝੂਠੇ ਹੀ ਨੇ, ਵੀ ਅੱਗੇ ਤਾਂ ਸਾਡਾ ਕੋਈ ਸੰਗੀ ਸਾਥੀ ਬਣਦਾ ਹੀ ਨਹੀਂ। ਇਹ ਤਾਂ ਸਿਰਫ ਇੱਧਰ ਸੰਸਾਰ ਦੇ ਵਿੱਚ ਜੀਵ ਇੱਕ ਦੂਸਰੇ ਨਾਲ ਸਵਾਰਥ ਕਰਕੇ ਬੰਧਨਾਂ 'ਚ ਬੱਝੇ ਹੋਏ ਨੇ, ਤੇ ਅੱਗੇ ਕਿਸੇ ਨੇ ਸਾਥ ਨਹੀਂ ਦੇਣਾ। ਅੱਗੇ ਤਾਂ ਕੀ, ਇੱਥੇ ਵੀ ਸਾਥ ਛੱਡ ਜਾਂਦੇ। ਜਿਵੇਂ ਹੁਣ ਆ ਚੱਲਿਆ ਕਰੋਨਾ, ਕਿਸੇ ਜੀਵ ਨੂੰ ਪਤਾ ਲੱਗ ਜੇ ਵੀ ਇਹਨੂੰ ਕਰੋਨਾ ਹੈ, ਤੇ ਚਾਹੇ ਪਰਿਵਾਰ ਦੇ ਮੈਂਬਰ ਸਾਰੇ ਪਾਸੇ ਹਟ ਜਾਣਗੇ, ਇਹਨੂੰ ਹੱਥ ਨਾਲ, ਇਹ ਤੋਂ ਪਾਸੇ ਹਟ ਜਾਓ, ਕਿਤੇ ਸਾਨੂੰ ਨਾ ਹੋ ਜਾਵੇ।
ਹੁਣ ਇੱਕ ਛੋਟਾ ਜਿਹਾ ਵਾਇਰਸ, ਛੋਟੀ ਜਿਹੀ ਬਿਮਾਰੀ ਕਰਕੇ ਅਸੀਂ ਇੰਨਾ ਪਾਸੇ ਭੱਜਦੇ ਹਾਂ ਤੇ ਇੱਥੇ ਹੀ ਅਸੀਂ ਸਾਥ ਛੱਡ ਜਾਂਦੇ ਹਾਂ ਤੇ ਅੱਗੇ ਕਿਹਨੇ ਸਾਥ ਦੇਣਾ ਸਾਡਾ? ਜਦੋਂ ਅਸੀਂ ਇਹ ਦੇਹ ਛੱਡਾਂਗੇ ਫਿਰ ਕਿੱਥੇ ਇਹਨਾਂ ਨੇ ਸੰਗੀ ਸਾਥੀ ਬਣਨਾ? ਇਹ ਤਾਂ ਜਿਉਂਦੇ ਜੀ ਛੱਡ ਜਾਣਗੇ। ਇਸ ਕਰਕੇ ਫਿਰ ਸਾਨੂੰ ਕਹਿੰਦੇ ਵੀ ਇਹ ਕੱਚੇ ਨੇ, ਇਹਨਾਂ ਕੱਚਿਆਂ ਨਾਲੋਂ ਤੋੜੋ, ਉਹ ਸੱਜਣ ਲੱਭੋ ਸੰਤ ਪੱਕੇ ਜਿਹੜੇ ਸਾਨੂੰ ਜਿਉਂਦੇ ਤਾਂ ਛੱਡਦੇ ਹੀ ਨਹੀਂ, ਉਹ ਮਰਨ ਤੋਂ ਬਾਅਦ ਵੀ ਨਹੀਂ ਸਾਨੂੰ ਛੱਡਦੇ। ਮਹਾਰਾਜ ਕਹਿੰਦੇ ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਉਹ ਜਵੰਦੇ ਵਿਛੜੇ ਉਹ ਮੋਇਆ ਨਾ ਜਾਸੀ ਛੋੜ। ਇਹ ਇੱਕ ਤਾਂ ਜਿਉਂਦੇ ਜੀ ਵਿਛੜ ਕੇ ਜਿਉਂਦੇ ਹੀ ਸਾਥ ਛੱਡ ਗਏ, ਕਿਉਂਕਿ ਉਹ ਸਵਾਰਥੀ ਸੀ। ਜੇ ਤਾਂ ਸਵਾਰਥ ਪੂਰਾ ਹੁੰਦਾ ਤੇ ਫਿਰ ਤਾਂ ਕਹਿੰਦੇ ਤੁਹਾਡੇ ਸੰਗੀ ਸਾਥੀ ਹੈ ਜੀ, ਤੁਹਾਡੇ ਨਾਲ। ਜਦੋਂ ਦੇਖਿਆ ਵੀ ਕੋਈ ਸਵਾਰਥ ਨਹੀਂ, ਪੂਰਾ ਨਹੀਂ ਹੁੰਦਾ, ਸਾਡਾ ਇਹਨਾਂ ਤੋਂ ਕੋਈ ਨੁਕਸਾਨ ਨਹੀਂ ਹੋਣਾ, ਸਾਨੂੰ ਕੋਈ ਫਾਇਦਾ ਨਹੀਂ ਹੋਣਾ, ਉਹਦੇ ਸਾਥ ਛੱਡ ਕੇ ਪਾਸੇ ਹਟ ਜਾਂਦੇ। ਇਸ ਕਰਕੇ ਫਿਰ ਸਤਿਗੁਰੂ ਕਹਿੰਦੇ ਵੀ ਇਹ ਸੰਸਾਰ ਦੇ ਵਿੱਚ ਫਿਰ ਦੁਖੀ ਦੁੱਖੇ ਤੇ ਸੁਖੀ ਉਹ ਗੁਰਮੁਖ ਨੇ ਜਿਹੜੇ ਫਿਰ ਸਦਾ ਹੀ ਮਾਲਕ ਦੇ ਗੁਣ ਗਾਉਂਦੇ, ਉਹਦਾ ਸਿਮਰਨ ਕਰਦੇ ਤੇ ਆਪਾਂ ਨੂੰ ਫਿਰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਉਹਨਾਂ ਗੁਰਮੁਖਾਂ ਨੂੰ ਤੁਸੀਂ ਵੀ ਸੁਖੀ ਸਮਝੋ, ਸਦਾ ਹੀ ਉਹਨਾਂ ਨੂੰ ਸੁਖੀ ਜਾਣੋ। ਫਿਰ ਮਹਾਰਾਜ ਦੱਸਦੇ ਇੱਕੋ ਏਕ ਪਛਾਨੇ ਐਤੋਤ ਕੀ ਉਹ ਸੋਝੀ ਜਾਣੇ। ਐਸੇ ਗੁਰਮੁਖ ਜਿਹੜੇ ਇੱਕ ਦੀ ਪਹਿਚਾਣ ਕਰ ਲੈਂਦੇ, ਪਰਮਾਤਮਾ ਨਿਰੰਕਾਰ ਦੀ, ਹਰ ਥਾਂ ਤੇ ਇੱਕ ਨੂੰ ਦੇਖਦੇ, ਅੰਦਰ ਵੀ ਤੇ ਬਾਹਰ ਵੀ। ਉਹਨੂੰ ਪਤਾ ਲੱਗ ਗਿਆ ਵੀ ਪ੍ਰਕਾਸ਼ ਹੀ ਪ੍ਰਕਾਸ਼ ਮਾਲਕ ਹਰ ਪਾਸੇ। ਫਿਰ ਉਹਨਾਂ ਨੂੰ ਐਤੋਤ ਦੀ ਸੋਝੀ ਹੋ ਜਾਂਦੀ, ਇਸ ਲੋਕ ਦੀ ਵੀ ਤੇ ਪਰਲੋਕ ਦੀ ਵੀ। ਉਹਨਾਂ ਗੁਰਮੁਖਾਂ ਨੂੰ ਇਸ ਲੋਕ ਦਾ ਵੀ ਸਾਰਾ ਗਿਆਨ ਹੈ ਤੇ ਉਹਨਾਂ ਨੂੰ ਆਪਣੇ ਦੇਸ਼ ਪਰਲੋਕ ਦਾ ਵੀ ਸਾਰਾ ਗਿਆਨ ਹੈ, ਜਿੱਥੇ ਦੇ ਆਪਾਂ ਵਾਸੀ ਹਾਂ, ਜਿੱਥੇ ਦੇ ਆਪਾਂ ਰਹਿਣ ਵਾਲੇ। ਹੁਣ ਆਪਾਂ ਨੂੰ ਤਾਂ ਜਦੋਂ ਅਸੀਂ ਸੁੱਤੇ ਹੁੰਦੇ ਹਾਂ, ਸੁੱਤੇ ਹੋਣ ਕਰਕੇ ਜਦੋਂ ਤਾਂ ਅਸੀਂ ਉੱਧਰੋਂ ਇੱਧਰ ਆਉਂਦੇ ਹਾਂ, ਪਰਲੋਕ ਦੇ ਵਿੱਚ ਆਪਾਂ ਦਿਨ ਦੇ ਸਮੇਂ ਸਰੀਰ ਇਸ ਲੋਕ ਕਹਿੰਦੇ, ਇਸ ਨੂੰ ਲੋਕ 'ਚ ਆ ਜਾਂਦੇ ਹਾਂ। ਹੁਣ ਜਦੋਂ ਲੋਕ 'ਚ ਆ ਕੇ ਅਸੀਂ ਪਰਲੋਕ ਨੂੰ ਭੁੱਲ ਜਾਂਦੇ, ਸਾਨੂੰ ਨਹੀਂ ਪਤਾ ਵੀ ਅਸੀਂ ਕਿੱਥੋਂ ਆਏ ਹਾਂ, ਸਾਨੂੰ ਕਿਹਨੇ ਭੇਜਿਆ, ਕਿਹੜੇ ਰਸਤੇ ਅਸੀਂ ਆਏ, ਸਾਡਾ ਕਿਹੜਾ ਪਰਿਵਾਰ, ਕਿਹੜੇ ਸੰਗੀ ਸਾਥੀ, ਉਹ ਸਾਰਾ ਕੁਝ ਅਸੀਂ ਭੁੱਲ ਜਾਂਦੇ। ਸਾਰਾ ਦਿਨ ਇੱਧਰ ਮਾਇਆ ਦੇ ਘਰ ਵਿੱਚ ਰਹੇ, ਇੱਧਰ ਸੁੱਤੇ ਰਹੇ, ਬੰਧਨਾਂ 'ਚ ਵੱਜੇ ਰਹੇ, ਤੇ ਇੱਧਰ ਅਸੀਂ ਕਹਿੰਦੇ ਹਾਂ ਇਹ ਮੇਰਾ ਪਰਿਵਾਰ, ਇਹ ਮੇਰੇ ਬੱਚੇ, ਇਹ ਮੇਰੇ ਧੀਆਂ ਪੁੱਤਰ, ਇਹ ਮੇਰੇ ਘਰ ਵਾਲੀ, ਇਹ ਮੇਰਾ ਪਤੀ। ਤੇ ਜਦੋਂ ਇੱਧਰੋਂ ਜਾਣਾ ਰਾਤ ਨੂੰ ਫਿਰ ਇਕੱਲੇ ਵਾਪਸ ਚਲੇ ਜਾਂਦੇ। ਜਦੋਂ ਵਾਪਸ ਜਾਂਦੇ ਹਾਂ ਤੇ ਇੱਧਰਲਾ ਭੁੱਲ ਜਾਂਦੇ ਇਸ ਲੋਕ ਦਾ, ਬਈ ਸਾਡੇ ਬੱਚੇ ਕੌਣ ਨੇ, ਕਿੰਨੇ ਸਾਡੇ ਬੱਚੇ ਨੇ, ਸਾਡੇ ਕਿੰਨੇ ਭੈਣ ਭਰਾ ਨੇ, ਸਾਡਾ ਕੀ ਨਾਂ ਹੈ, ਸਾਰਾ ਕੁਝ ਹੀ ਅਸੀਂ ਭੁੱਲ ਜਾਂਦੇ। ਨਾ ਸਾਨੂੰ ਇਸ ਲੋਕ ਦਾ ਗਿਆਨ, ਨਾ ਸਾਨੂੰ ਪਰਲੋਕ ਦਾ ਗਿਆਨ। ਤੇ ਮਹਾਰਾਜ ਕਹਿੰਦੇ ਵੀ ਜਿਹੜੇ ਫਿਰ ਇੱਕ ਦੀ ਪਹਿਚਾਣ ਕਰ ਲੈਂਦੇ ਗੁਰਮੁਖ, ਉਹਨਾਂ ਨੂੰ ਇਸ ਲੋਕ ਦਾ ਵੀ ਗਿਆਨ ਹੈ ਤੇ ਉਹਨਾਂ ਨੂੰ ਪਰਲੋਕ ਦਾ ਵੀ, ਆਪਦੇ ਦੇਸ਼ ਦਾ ਵੀ ਗਿਆਨ ਹੈ। ਇਸ ਲਈ ਫਿਰ ਕਹਿੰਦੇ ਇਹ ਤੋਂ ਕੀ ਉਹਨਾਂ ਨੂੰ ਵੀ ਸੋਝੀ ਆ, ਉਹਨਾਂ ਨੂੰ ਇਸ ਲੋਕ ਦਾ ਤੇ ਪਰਲੋਕ ਦਾ ਦੋਵਾਂ ਦਾ ਗਿਆਨ ਹੈ। ਜਦੋਂ ਇਸ ਲੋਕ 'ਚ ਆਉਂਦੇ ਉਹਨਾਂ ਨੂੰ ਪਰਲੋਕ ਦਾ ਵੀ ਚੇਤਾ, ਤੇ ਜਦੋਂ ਇੱਧਰੋਂ ਪਰਲੋਕ 'ਚ ਜਾਂਦੇ ਉਹਨਾਂ ਨੂੰ ਇੱਧਰ ਦਾ ਵੀ ਪਤਾ ਹੈ ਵੀ ਲੋਕ ਦੇ ਵਿੱਚ ਅਸੀਂ ਕਿਵੇਂ ਵਿਚਰਦੇ, ਸਾਡਾ ਕਿਹੜਾ ਪਰਿਵਾਰ ਹੈ, ਕਿਹੜੇ ਸਾਡੇ ਸੰਗੀ ਸਾਥੀ ਨੇ। ਫਿਰ ਮਹਾਰਾਜ ਅੱਗੇ ਦੱਸਦੇ ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣਿਆ। ਜਿਹੜੇ ਗੁਰਮੁਖਾਂ ਨੇ ਫਿਰ ਨਾਮ ਜੋ ਪਰਮਾਤਮਾ ਦੇ ਮੁਖ ਦੀ ਆਵਾਜ਼ ਹੈ, ਉਸ ਨਾਮ ਦੀ ਪਹਿਚਾਣ ਕਰ ਲਈ, ਉਹ ਹੁਕਮ ਦੀ ਪਹਿਚਾਣ ਕਰ ਲਈ, ਹੁਕਮ ਦੇ ਵਿੱਚ ਆ ਗਈ। ਉਹਨਾਂ ਨੇ ਫਿਰ ਉਸ ਨਿਰੰਜਨ ਪਰਮਾਤਮਾ ਨੂੰ ਜੋ ਮਾਇਆ ਤੋਂ ਨਿਰਲੇਪ, ਮਾਇਆ ਤੋਂ ਰਹਿਤ, ਉਸ ਨੂੰ ਫਿਰ ਜਾਣ ਲਿਆ ਉਹਨਾਂ ਨੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਡੇ ਸਾਰਿਆਂ ਦੇ ਵਾਸਤੇ ਜੋ ਹੁਕਮ ਹੈ ਮਨਾਂ ਲਈ, ਉਹ ਨਾਮ ਹੈ। ਜੇ ਅਸੀਂ ਨਾਮ ਨੂੰ ਬੁੱਝ ਲਾਂਗੇ, ਹੁਕਮ ਦੇ ਵਿੱਚ ਆ ਜਾਵਾਂਗੇ, ਤੇ ਸਾਡਾ ਮਨ ਜਿਹੜਾ ਇਹ ਹਉਮੈ ਤੋਂ, ਹੰਕਾਰ ਤੋਂ ਰਹਿਤ ਹੋ ਜਾਂਦਾ।
ਰਮਾਉਂਦੇ ਨਾਨਕ ਹੁਕਮੇ ਜੇ ਬੂਝੇ ਤਾਂ ਹਉਮੈ ਕਹੇ ਨਾ ਕੋਈ। ਕਿ ਜੇ ਅਸੀਂ ਨਾਮ ਨੂੰ ਬੁੱਝ ਲਾਂਗੇ ਅਸੀਂ ਹਉਮੈ ਤੋਂ ਰਹਿਤ ਹੋ ਜਾਵਾਂਗੇ ਤੇ ਅਸੀਂ ਮਾਲਕ ਨਿਰੰਜਨ ਨੂੰ ਜਾਣ ਲਾਂਗੇ ਜੇ ਅਸੀਂ ਹੁਕਮ ਨੂੰ ਜਾਣ ਲਿਆ। ਤੇ ਜੇ ਅਸੀਂ ਹੁਕਮ ਨੂੰ ਬੁੱਝਿਆ ਨਹੀਂ ਫਿਰ ਅਸੀਂ ਸੰਸਾਰ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ। ਬਾਰੀ ਅਸੀਂ ਚਾਹੇ ਕਿੰਨਾ ਚੰਗਾ ਪਹਿਰਾਵਾ ਕਰ ਲਈਏ, ਸੰਸਾਰ ਦੇ ਵਿੱਚ ਆਪਾਂ ਨੂੰ ਬਾਹਰੀ ਪਹਿਰਾਵਾ ਦੇਖ ਕੇ ਕਹਿਣ ਵੀ ਇਹ ਬੜੇ ਗੁਰਮੁਖ ਨੇ, ਇਹ ਸਾਬਤ ਸੂਰਤ ਨੇ, ਇਹਨਾਂ ਦਾ ਪਹਿਰਾਵਾ ਬੜਾ ਸੋਹਣਾ। ਪਰ ਜੇ ਅਸੀਂ ਅੰਦਰੋਂ ਨਾਮ ਨੂੰ ਬੁੱਝਿਆ ਨਹੀਂ, ਨਾਮ ਦੇ ਨਾਲ ਜੁੜੇ ਨਹੀਂ, ਫਿਰ ਸਾਨੂੰ ਗੁਰਬਾਣੀ ਗੁਰੂ ਵਿੱਚ ਗੁਰਮੁਖ ਕਹਿ ਕੇ ਸਮਝਾ ਦਿੱਤਾ ਵੀ ਜੇ ਤੁਸੀਂ ਨਾਮ ਨੂੰ ਨਹੀਂ ਬੁੱਝਿਆ ਤੁਸੀਂ ਇਹ ਨਾ ਸਮਝਿਓ ਵੀ ਤੁਸੀਂ ਜੀਵਨ ਮੁਕਤ ਹੋ ਜਾਓਗੇ, ਤੁਸੀਂ ਦੁਬਾਰਾ ਫਿਰ ਵਾਪਸ ਜੂਨਾਂ 'ਚ ਚਲੇ ਜਾਓਗੇ। ਰਮਾਉਂਦੇ ਨੇ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮੇ ਆਵੇ ਜਾਏ। ਕਹਿਤਾ ਗੁਰਮੁਖ ਹੀ ਵੀ ਜਿਨ੍ਹਾਂ ਨੇ ਨਾਮ ਨੂੰ ਨਹੀਂ ਬੁੱਝਿਆ ਉਹ ਜਨਮ ਮਰਨ 'ਚ ਨੇ, ਉਹ ਵਾਪਸ ਫਿਰ ਜੂਨਾਂ 'ਚ ਚਲੇ ਜਾਣਗੇ। ਹੁਣ ਆਪਾਂ ਦੇਖਣਾ ਵੀ ਅਸੀਂ ਨਾਮ ਨੂੰ ਬੁੱਝਿਆ ਕਿ ਜਾਂ ਅਸੀਂ ਨਹੀਂ ਬੁੱਝਿਆ। ਜੇ ਨਹੀਂ ਬੁੱਝਿਆ ਤੇ ਅਸੀਂ ਬੁੱਝ ਲਈਏ ਛੇਤੀ ਤੋਂ ਛੇਤੀ, ਕਿਉਂਕਿ ਸਾਡੇ ਕੋਲ ਸਮਾਂ ਬੜਾ ਥੋੜ੍ਹਾ, ਸਮਾਂ ਆਪਣੇ ਕੋਲ ਬੜਾ ਸੀਮਤ ਹੈ ਤੇ ਰੋਜ਼ ਦੀ ਰੋਜ਼ ਘਟਦਾ ਜਾ ਰਿਹਾ। ਦਿਨ ਪੈਰ ਘੜੀਆਂ ਰੋਜ਼ ਦੀ ਰੋਜ਼ ਸਮਾਂ ਸਾਡਾ ਘਟਦਾ ਜਾਂਦਾ, ਸਮਾਂ ਇਹ ਵੱਧ ਨਹੀਂ ਰਿਹਾ, ਸਾਡਾ ਘਟ ਰਿਹਾ। ਇਸ ਲਈ ਮਾਰੇ ਕਹਿੰਦੇ ਔਧ ਘਟੇ ਦਿਨ ਸਰੈਨਾਰੇ ਮਨ ਗੁਰਮਿਲ ਕਾਜ ਸਵਾਰੇ। ਕਿ ਤੇਰਾ ਸਮਾਂ ਰੋਜ਼ ਦੀ ਰੋਜ਼ ਘਟਦਾ ਜਾ ਰਿਹਾ, ਹੁਣ ਤੂੰ ਗੁਰੂ ਦੀ ਸ਼ਰਨ 'ਚ ਆ ਕੇ ਆਪਦਾ ਕਾਰਜ ਸਵਾਰ ਲੈ। ਜੇ ਤੂੰ ਹੁਕਮ ਨੂੰ ਭੁੱਲਿਆ ਤੂੰ ਹੁਕਮ ਨੂੰ ਜਾਣ ਲੈ। ਆਪਾਂ ਨੂੰ ਫਿਰ ਸਮਝਾਉਂਦੇ ਵੀ ਜੋ ਹੁਕਮ ਹੈ ਮਾਲਕ ਦੀ ਆਵਾਜ਼ ਪਰਮਾਤਮਾ ਦੀ ਨਾਮ ਉਹ ਸਾਡੇ ਸਾਰਿਆਂ ਦੇ ਅੰਦਰ ਚੱਲ ਰਿਹਾ, ਸਾਡੇ ਸਾਰਿਆਂ ਦੇ ਅੰਦਰ ਮਾਲਕ ਬੋਲ ਰਿਹਾ, ਅਨਹਦ ਸ਼ਬਦ ਆਪਣੇ ਅੰਦਰ ਪ੍ਰਗਟ ਨੇ। ਪਰ ਸਾਨੂੰ ਸੁਣਦੇ ਕਿਉਂ ਨਹੀਂ? ਕਿਉਂਕਿ ਅਸੀਂ ਸੁੱਤੇ ਹੋਏ, ਸਾਡਾ ਮਨ ਹੈ ਜਿਹੜਾ ਉਹ ਵਿਚਾਰਾਂ 'ਚ ਬਾਹਰ ਮੁਖੀ ਸੁੱਤਾ ਹੋਇਆ। ਹੁਣ ਜਦੋਂ ਅਸੀਂ ਇਹ ਸਿਮਰਨ ਕਰਦੇ ਹਾਂ, ਸਿਮਰਨ ਕਰਕੇ ਆਪਾਂ ਬਾਹਰੋਂ ਅੰਤਰਮੁਖੀ ਹੋ ਜਾਂਦੇ ਤੇ ਫਿਰ ਆਪਾਂ ਨੂੰ ਅੰਦਰੋਂ ਉਹ ਸ਼ਬਦ ਸੁਣਨੇ ਸ਼ੁਰੂ ਹੋ ਜਾਂਦੇ ਨੇ। ਜਿਉਂ-ਜਿਉਂ ਆਪਾਂ ਫਿਰ ਉਹ ਸ਼ਬਦ ਨੂੰ ਸੁਣਾਂਗੇ, ਉਹਨੂੰ ਸੁਣਨ ਦੇ ਨਾਲ ਫਿਰ ਸਾਡਾ ਮਨ ਹੈ ਜਿਹੜਾ ਉਹ ਸੁਖੀ ਹੋ ਜਾਂਦਾ। ਸ਼ਬਦ ਨੂੰ ਸੁਣਨ ਦੇ ਨਾਲ ਸਾਡਾ ਮਨ ਹੈ ਜਿਹੜਾ ਉਹ ਆਨੰਦ ਅਵਸਥਾ 'ਚ ਆ ਜਾਂਦਾ। ਜਿਉਂ-ਜਿਉਂ ਅਸੀਂ ਸੁਣਦੇ ਜਾਵਾਂਗੇ ਸ਼ਬਦ ਨੂੰ ਤਿਉਂ-ਤਿਉਂ ਅਸੀਂ ਸਹਿਜ ਦੇ ਵਿੱਚ ਤੁਰੇ ਜਾਵਾਂਗੇ। ਉਹ ਸ਼ਬਦ ਨੇ ਆਪਣੇ ਮਨ ਨੂੰ ਬੰਨ੍ਹ ਕੇ ਰੱਖ ਦੇਣਾ। ਜਿਹੜਾ ਹੁਣ ਅਸੀਂ ਕਹਿੰਦੇ ਹਾਂ ਨਾ ਸਾਡਾ ਮਨ ਨਹੀਂ ਟਿਕਦਾ, ਇਹ ਮਨ ਸਾਡਾ ਟਿਕਣਾ ਉਹ ਨਾਮ ਦੁਆਰਾ। ਜਦੋਂ ਅਸੀਂ ਨਾਮ ਦੇ ਨਾਲ ਜੁੜ ਜਾਵਾਂਗੇ ਫਿਰ ਮਨ ਨਹੀਂ ਟਿਕਣਾ। ਜਦ ਤੱਕ ਅਸੀਂ ਨਾਮ ਦੇ ਨਾਲ ਜੁੜਦੇ ਨਹੀਂ ਇਹ ਮਨ ਟਿਕਦਾ ਹੀ ਨਹੀਂ। ਮਨ ਭੱਜਿਆ ਫਿਰਦਾ ਵਿਚਾਰਾਂ 'ਚ ਫੁਰਨਿਆਂ ਦੇ ਵਿੱਚ। ਇਸ ਵਾਸਤੇ ਫਿਰ ਹੁਣ ਨਾਮ ਤੱਕ ਪਹੁੰਚਣ ਵਾਸਤੇ ਆਪਾਂ ਸਿਮਰਨ ਕਰਦੇ ਜੋ ਸਾਸ ਗਿਰਾਸ ਵੀ ਤਾਂ ਕਿ ਅਸੀਂ ਉਹ ਨਾਮ ਤੱਕ ਪਹੁੰਚ ਜਾਈਏ। ਨਾਮ ਜੋ ਹੁਕਮ ਹੈ ਉਹ ਹੁਕਮ ਨੂੰ ਜਾਣ ਲਈਏ ਤੇ ਹੁਕਮ ਦੇ ਵਿੱਚ ਆ ਜਾਈਏ। ਫਿਰ ਅੱਗੇ ਮਹਾਰਾਜ ਫਰਮਾਉਂਦੇ ਗੁਰ ਪ੍ਰਸਾਦ ਆਪਨ ਆਪ ਸੂਝੇ ਤਿਸ ਕੀ ਜਾਨੋ ਤ੍ਰਿਸ਼ਨਾ ਬੂਝੇ। ਮਹਾਰਾਜ ਕਹਿੰਦੇ ਵੀ ਗੁਰੂ ਦੀ ਕਿਰਪਾ ਦੁਆਰਾ ਜਿਨ੍ਹਾਂ ਨੇ ਆਪਣੇ ਆਪੇ ਦੀ ਸੋਝੀ ਲੈ ਲਈ, ਜਿਨ੍ਹਾਂ ਨੇ ਆਪਣੇ ਆਪੇ ਦੀ ਪਹਿਚਾਣ ਕਰ ਲਈ ਗੁਰਮੁਖਾਂ ਨੇ, ਬਈ ਪਹਿਲਾਂ ਅਸੀਂ ਆਪਦੇ ਆਪ ਨੂੰ ਇਹ ਤਨ ਸਮਝਦੇ ਹਾਂ ਵੀ ਅਸੀਂ ਇਹ ਸਰੀਰ ਹੀ ਹਾਂ, ਤੇ ਆਪਾਂ ਨੂੰ ਫਿਰ ਪਤਾ ਲੱਗਦਾ ਵੀ ਅਸੀਂ ਇਹ ਸਰੀਰ ਨਹੀਂ, ਇਹ ਸਰੀਰ ਤਾਂ ਘਰ ਹੈ, ਅਸੀਂ ਉਹ ਹਾਂ ਜਿਹੜਾ ਇਹ ਸਰੀਰ ਨੂੰ ਲੈ ਕੇ ਚੱਲ ਰਿਹਾ ਹੈ। ਜਿਹੜਾ ਸਵੇਰੇ ਆਉਂਦਾ ਮਾਨੇ ਸਰੀਰ 'ਚ ਪ੍ਰਵੇਸ਼ ਹੁੰਦਾ ਤੇ ਇਹਨੂੰ ਲੈ ਕੇ ਚੱਲਦਾ, ਤੇ ਹੁਣ ਜਦੋਂ ਰਾਤ ਪੈ ਜਾਂਦੀ ਮਾਨੇ ਸਰੀਰ ਤੋਂ ਵੱਖ ਹੋ ਜਾਂਦਾ ਤੇ ਫਿਰ ਇਹ ਸਰੀਰ ਚੱਲਦਾ ਨਹੀਂ। ਫਿਰ ਇਹ ਸਰੀਰ ਜਿਹੜਾ ਕੰਮ ਨਹੀਂ ਕਰਦਾ ਪਿਆ ਰਹੇਗਾ, ਕਿਉਂਕਿ ਇਹਨੂੰ ਜਿਹੜਾ ਚਲਾਉਣ ਵਾਲਾ ਸੀ ਉਹ ਚਲਾ ਗਿਆ। ਜਿਵੇਂ ਸਮਝ ਲਓ ਵੀ ਗੱਡੀ ਹੈ, ਹੁਣ ਇੱਕ ਗੱਡੀ ਹੈ ਜਿਹੜੀ ਕਾਰ ਉਹ ਆਪਦੇ ਆਪ ਨਹੀਂ ਚੱਲੇਗੀ ਉਦੋਂ ਜਦੋਂ ਵਿੱਚ ਆ ਕੇ ਡਰਾਈਵਰ ਬੈਠੇਗਾ ਤੇ ਉਹਨੂੰ ਲੈ ਕੇ ਚੱਲ ਪਏਗਾ।
ਤੇ ਉਹ ਜਿੰਨਾ ਮਰਜ਼ੀ ਉਹਨੂੰ ਚਲਾਈ ਜਾਵੇ। ਤੇ ਜਦੋਂ ਡਰਾਈਵਰ ਨੇ ਗੱਡੀ ਛੱਡ ਕੇ ਬਾਹਰ ਉਤਰ ਗਿਆ ਤੇ ਉਹ ਫਿਰ ਗੱਡੀ ਆਪਦੇ ਆਪ ਨਹੀਂ ਚੱਲੇਗੀ। ਫਰਕ ਇੰਨਾ ਹੈ ਵੀ ਗੱਡੀ ਜਿਹੜੀ ਕਾਰ ਉਹਨੂੰ ਆਪਾਂ ਬੰਦ ਕਰ ਦਿੰਦੇ ਹਾਂ ਤੇ ਇਹ ਬੰਦ ਨਹੀਂ ਹੁੰਦਾ, ਇਹਨੂੰ ਸਟਾਰਟ ਹੀ ਛੱਡ ਕੇ ਮਨ ਜਿਹੜਾ ਡਰਾਈਵਰ ਉਹ ਪਾਸੇ ਹਟ ਜਾਂਦਾ। ਗੱਡੀ ਸਟਾਰਟ ਹੈ, ਰਾਤ ਨੂੰ ਘਰਾੜੇ ਵੱਜੀ ਜਾਣਗੇ, ਪੌਣ ਸਰੀਰ 'ਚ ਚੱਲਦੀ ਰਹੇਗੀ, ਪਰ ਇਹ ਸਰੀਰ ਉੱਠ ਕੇ ਕੰਮ ਨਹੀਂ ਕਰੇਗਾ, ਚੱਲੇ ਫਿਰੇਗਾ ਨਹੀਂ, ਕਿਉਂਕਿ ਜਿਹੜਾ ਇਹਨੂੰ ਚਲਾਉਣ ਵਾਲਾ ਸੀ ਉਹ ਪਾਸੇ ਹਟ ਗਿਆ। ਇਸ ਵਾਸਤੇ ਫਿਰ ਜਿਹਨੇ ਇਹ ਸਮਝ ਲਿਆ ਵੀ ਮੈਂ ਇਹ ਸਰੀਰ ਨਹੀਂ, ਮੈਂ ਮਨ ਹਾਂ ਜਿਹੜਾ ਕਿ ਜੋਤ ਸਰੂਪ ਪ੍ਰਕਾਸ਼ ਰੂਪ ਹੈ। ਫਿਰ ਮਹਾਰਾਜ ਕਹਿੰਦੇ ਜਿਹਨੇ ਆਪਣੇ ਆਪੇ ਦੀ ਪਹਿਚਾਣ ਕਰ ਲਈ, ਫਿਰ ਸਮਝ ਲਓ ਵੀ ਉਸ ਜਨ ਦੀ ਜਿਹੜੀ ਤ੍ਰਿਸ਼ਨਾ ਉਹ ਤ੍ਰਿਸ਼ਨਾ ਬਹੁਤ ਜਾਂਦੀ। ਸਾਨੂੰ ਤ੍ਰਿਸ਼ਨਾ ਕਾਹਤੋਂ ਲੱਗਦੀ? ਜਦੋਂ ਅਸੀਂ ਇਹਨੂੰ ਸਰੀਰ ਨੂੰ ਆਪਦਾ ਸਮਝਦੇ ਹਾਂ ਵੀ ਅਸੀਂ ਸਰੀਰ ਹੀ ਹਾਂ, ਫਿਰ ਅਸੀਂ ਸਰੀਰ ਵਾਸਤੇ ਇਕੱਠਾ ਕਰਦੇ ਹਾਂ ਇੱਧਰ। ਸਰੀਰ ਨੂੰ ਜਦੋਂ ਅਸੀਂ ਆਪਦਾ ਸਮਝਦੇ ਫਿਰ ਹੀ ਸਾਨੂੰ ਤ੍ਰਿਸ਼ਨਾ ਲੱਗਦੀ, ਫਿਰ ਹੀ ਅਸੀਂ ਇਹਦੇ ਵਾਸਤੇ ਸੁੱਖ ਸਹੂਲਤਾਂ ਵੱਧ ਤੋਂ ਵੱਧ ਇਕੱਠੀਆਂ ਕਰੀਏ, ਧਨ ਦੌਲਤ ਇਕੱਠੀ ਕਰੀਏ, ਕਿਵੇਂ ਇਹਨੂੰ ਵੱਧ ਤੋਂ ਵੱਧ ਸਵਾਰੀਏ, ਸ਼ਿੰਗਾਰੀਏ ਇਹਨੂੰ, ਇਹਦੇ ਵਾਸਤੇ ਦਿਨ ਰਾਤ ਅਸੀਂ ਲੱਗੇ ਰਹਿੰਦੇ। ਪਰ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਅਸੀਂ ਇਹ ਸਰੀਰ ਨਹੀਂ, ਅਸੀਂ ਇਹ ਤੋਂ ਵੱਖ ਹਾਂ, ਅਸੀਂ ਮਨ ਹਾਂ, ਫਿਰ ਅਸੀਂ ਮਨ ਨੂੰ ਸਵਾਰਦੇ ਹਾਂ। ਫਿਰ ਮਨ ਵਾਸਤੇ ਅਸੀਂ ਕਰਦੇ ਹਾਂ, ਫਿਰ ਮਨ ਦਾ ਸ਼ਿੰਗਾਰ ਹੈ ਜਿਹੜਾ ਉਹ ਵੱਖਰਾ ਹੈ, ਤਨ ਦਾ ਵੱਖਰਾ ਹੈ। ਫਿਰ ਅਸੀਂ ਮਨ ਦਾ ਸ਼ਿੰਗਾਰ ਕਰਾਂਗੇ, ਮਨ ਆਪਦੇ ਵਾਸਤੇ ਕਰੇਗਾ। ਫਿਰ ਇਹ ਮਨ ਦੀ ਜਿਹੜੀ ਤ੍ਰਿਸ਼ਨਾ, ਇਹ ਤ੍ਰਿਸ਼ਨਾ ਵੱਧ ਜਾਂਦੀ। ਫਿਰ ਮਹਾਰਾਜ ਅੱਗੇ ਫਰਮਾਉਂਦੇ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਜਿਹੜੇ ਫਿਰ ਗੁਰਮੁਖ ਸਾਧ ਸੰਗਤ ਦੇ ਵਿੱਚ ਬੈਠ ਕੇ ਉਹ ਹਰੀ ਦਾ ਜਸ, ਜਿਵੇਂ ਹੁਣ ਆਪਾਂ ਸਾਧ ਸੰਗਤ ਰੂਪ 'ਚ ਬੈਠ ਕੇ ਹਰ ਜਸ ਕਰਦੇ ਹਾਂ, ਆਪਾਂ ਸਿਮਰਨ ਅਭਿਆਸ ਕਰਦੇ ਹਾਂ, ਉਹਨੂੰ ਹਰ ਜਸ ਵੀ ਕਹਿ ਦਿੱਤਾ। ਮਹਾਰਾਜ ਕਹਿੰਦੇ ਜਿਹੜੇ ਜਨ ਫਿਰ ਇਹ ਹਰ ਜਸ ਕਰਦੇ ਸਾਧ ਸੰਗਤ ਦੇ ਵਿੱਚ, ਉਹਨਾਂ ਦਾ ਜਿਹੜਾ ਮਨ ਹੈ ਉਹ ਸਾਰੇ ਰੋਗਾਂ ਤੋਂ ਫਿਰ ਇਹ ਰਹਿਤ ਹੋ ਜਾਂਦਾ ਹੈ। ਸਰਬ ਰੋਗ ਤੇ ਉਹ ਹਰ ਜਨ ਰਹਿਤ। ਬਈ ਰੋਗ ਕੀ? ਜਿਹੜੇ ਸਾਡੇ ਮਨ ਨੂੰ ਲੱਗੇ ਨੇ, ਇਹ ਵੈਰ ਵਿਰੋਧ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਨਿੰਦਿਆ ਚੁਗਲੀ ਈਰਖਾ ਵੈਰ ਵਿਰੋਧ ਨਫ਼ਰਤ ਹਉਮੈ ਹੰਕਾਰ, ਇਹ ਸਭ ਸਾਡੇ ਮਨ ਨੂੰ ਰੋਗ ਚੁੰਬੜੇ ਹੋਏ ਨੇ। ਇਹ ਰੋਗਾਂ ਦੇ ਵਿੱਚ ਮਨ ਜਿਹੜਾ ਇਹ ਗਰਸਿਆ ਰਹਿੰਦਾ ਹੈ। ਤੇ ਜਦੋਂ ਅਸੀਂ ਮਾਲਕ ਦੇ ਗੁਣ ਗਾਉਂਦੇ ਹਾਂ, ਫਿਰ ਅਸੀਂ ਇਹਨਾਂ ਰੋਗਾਂ ਤੋਂ ਰਹਿਤ ਹੋ ਜਾਂਦੇ, ਸਾਡਾ ਮਨ ਇਹਨਾਂ ਰੋਗਾਂ ਤੋਂ ਉੱਪਰ ਉੱਠ ਜਾਂਦਾ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਉਹ ਹਰੀ ਦੇ ਜਨ ਫਿਰ ਉਹ ਰੋਗ ਰਹਿਤ ਨੇ, ਜਿਹਨੂੰ ਮਹਾਰਾਜ ਕਹਿੰਦੇ ਮੇਰੇ ਰਾਮ ਹਰ ਜਨ ਅਰੋਗ ਭਏ। ਵੀ ਇੱਕ ਤਾਂ ਹੈ ਸਾਡਾ ਮਨ ਰੋਗੀ, ਇੱਕ ਨੇ ਉਹ ਹਰੀ ਦੇ ਜਨ ਜਿਹੜੇ ਅਰੋਗ ਹੋ ਗਏ, ਰੋਗ ਰਹਿਤ ਹੋ ਗਏ। ਤੇ ਜਿਹੜੇ ਰੋਗ ਰਹਿਤ ਹੋ ਗਏ ਉਹ ਫਿਰ ਆਪਾਂ ਨੂੰ ਅੱਗੇ ਦੱਸਦੇ ਵੀ ਅਸੀਂ ਕਿਵੇਂ ਰੋਗ ਰਹਿਤ ਹੋਏ, ਅਸੀਂ ਕਿਹੜਾ ਦਾਰੂ ਲਿਆ, ਤੁਸੀਂ ਵੀ ਉਹ ਦਾਰੂ ਲਓ। ਜਿਵੇਂ ਆਪਾਂ ਦੇਖਦੇ ਵੀ ਸੰਸਾਰ ਦੇ ਵਿੱਚ ਕਿਸੇ ਦੇ ਸਰੀਰ ਨੂੰ ਕੋਈ ਰੋਗ ਲੱਗ ਜਾਂਦਾ ਤੇ ਉਹ ਰੋਗ ਜਿਹਦਾ ਜਿੱਥੋਂ ਠੀਕ ਹੋਇਆ ਫਿਰ ਉਹ ਅੱਗੇ ਹੋਰਾਂ ਨੂੰ ਵੀ ਦੱਸਦਾ ਵੀ ਮੈਂ ਫਲਾਣੇ ਡਾਕਟਰ ਤੋਂ ਦਵਾਈ ਲਈ, ਮੈਂ ਆਹ ਦਾਰੂ ਲਿਆ, ਵੀ ਤੁਸੀਂ ਵੀ ਆਹ ਦਾਰੂ ਲੈ ਲਓ। ਤੇ ਫਿਰ ਆਪਾਂ ਉਹ ਤੋਂ ਪਤਾ ਪੁੱਛਦੇ ਹਾਂ ਵੀ ਉਹ ਡਾਕਟਰ ਦਾ ਸਾਨੂੰ ਪਤਾ ਦੱਸ, ਵੀ ਉਹਦਾ ਐਡਰੈਸ ਦੇ, ਵੀ ਉਹ ਕਿੱਥੇ ਰਹਿੰਦਾ, ਕਦੋਂ ਮਿਲਦਾ। ਤੇ ਫਿਰ ਉਹ ਜਿਹਨੇ ਦਾਰੂ ਲਿਆ ਹੁੰਦਾ ਉਹ ਸਾਰਾ ਦੱਸ ਦਿੰਦਾ ਵੀ ਆਹ ਉਹਦਾ ਐਡਰੈਸ ਹੈ, ਤੁਸੀਂ ਚਲੇ ਜਾਓ। ਹੁਣ ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖ ਹਰੀ ਦੇ ਜਨ ਜਿਹੜੇ ਰੋਗ ਰਹਿਤ ਹੋ ਗਏ, ਜਿਨ੍ਹਾਂ ਦਾ ਮਨ ਸੁਖੀ ਹੋ ਗਿਆ, ਤੇ ਉਹ ਆਪਾਂ ਨੂੰ ਦੇਖਦੇ ਅਸੀਂ ਦੁਖੀ ਹਾਂ, ਸਾਡੇ ਮਨਾਂ 'ਚ ਕਲੇਸ਼, ਸਾਡੇ ਪਰਿਵਾਰਾਂ ਦੇ ਵਿੱਚ ਕਲੇਸ਼, ਤੇ ਉਹ ਫਿਰ ਆਪਾਂ ਨੂੰ ਦੱਸਦੇ। ਜੇ ਅਸੀਂ ਉਹਨਾਂ ਤੋਂ ਨਹੀਂ ਵੀ ਪੁੱਛਦੇ ਉਹ ਤਾਂ ਵੀ ਸਾਨੂੰ ਦੱਸਦੇ ਬਈ ਇਹ ਕਲੇਸ਼ ਤਾਂ ਹੈ, ਤੁਸੀਂ ਦੁਖੀ ਤਾਂ ਕਿਉਂਕਿ ਤੁਸੀਂ ਰੋਗੀ ਤੁਸੀਂ ਦੁਖੀ। ਤੁਸੀਂ ਰੋਗ ਰਹਿਤ ਹੋ ਸਕਦੇ ਹੋ
ਜੇ ਤੁਸੀਂ ਦਾਰੂ ਲਾਉਣ ਤੋਂ, ਤੇ ਆਪਾਂ ਪੁੱਛਦੇ ਕਿੱਥੋਂ ਦਾਰੂ ਲਈਏ। ਉਹ ਫਿਰ ਆਪਾਂ ਨੂੰ ਦੱਸਦੇ ਵੀ ਦਾਰੂ ਦੇਣ ਵਾਲਾ ਵੈਦ ਕਿਤੇ ਹੋਰ ਨਹੀਂ, ਉਹ ਸਾਡੇ ਅੰਦਰ ਬੈਠਾ। ਕਿੱਥੇ ਬੈਠਾ? ਉਹ ਸਹਿਜ ਘਰ ਵਿੱਚ ਬੈਠਾ, ਜਿਹਨੂੰ ਸਹਿਜ ਗੁਫਾ ਕਹਿੰਦੇ, ਜਿਹਨੂੰ 10ਵਾਂ ਦਵਾਰ, ਨਿਜ ਮਹਿਲ, ਥਿਰ ਘਰ, ਮੰਦਰ, ਕੋਠੜੀ, ਗੜ੍ਹ, ਮਸੀਤ, ਗੁਰਦੁਆਰੇ ਦਾ ਨਾਮ ਦਿੱਤਾ। ਉਹਦੇ ਵਿੱਚ ਬੈਠੇ ਨੇ ਸਤਿਗੁਰੂ ਵੈਦ। ਜਦੋਂ ਅਸੀਂ ਉਹਨਾਂ ਪਾਸ ਚਲੇ ਜਾਂਦੇ ਉਹ ਫਿਰ ਸਾਡੇ ਮੁੱਖ ਦੇ ਵਿੱਚ ਦਾਰੂ ਪਾਉਂਦੇ ਨੇ, ਜਿਹਦੇ ਨਾਲ ਫਿਰ ਸਾਡੇ ਰੋਗ ਸਾਰੇ ਮਨ ਦੇ ਜਿਹੜੇ ਇਹ ਖਤਮ ਹੋ ਜਾਂਦੇ। ਮਹਾਰਾਜ ਫਰਮਾਉਂਦੇ, ਮੇਰਾ ਵੈਦ ਗੁਰੂ ਗੋਬਿੰਦ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੀ ਜਮ ਕੀ ਫੰਦਰ। ਕਿ ਸਾਡੇ ਜਿਹੜਾ ਜਮਾਂ ਦੀ ਫਾਂਸੀ ਵੀ ਕੱਟੀ ਜਾਣੀ ਤੇ ਅਸੀਂ ਰੋਗ ਰਹਿਤ ਹੋ ਜਾਣਾ ਜਦੋਂ ਅਸੀਂ ਉਹ ਵੈਦ ਕੋਲ ਚਲੇ ਗਏ। ਉਹ ਵੈਦ ਨੇ ਸਾਨੂੰ ਦਾਰੂ ਹੀ ਐਸਾ ਦੇਣਾ ਵੀ ਰੋਗ ਤਾਂ ਸਾਨੂੰ ਬਹੁਤ ਚੁੰਬੜੇ ਨੇ, ਪਰ ਉਹ ਦਾਰੂ ਉਹਨਾਂ ਕੋਲ ਐਸੀ ਬੂਟੀ ਹੈ ਵੀ ਸਾਰੇ ਰੋਗਾਂ ਦਾ ਇੱਕ ਹੀ ਦਾਰੂ ਉਹ ਦਿੰਦੇ, ਇੱਕ ਹੀ ਦਿੰਦੇ ਤੇ ਸਾਰੇ ਰੋਗ ਹੀ ਖਤਮ, ਜੜੋਂ ਹੀ ਖਤਮ ਹੋ ਜਾਂਦੇ। ਤੇ ਮਹਾਰਾਜ ਕਹਿੰਦੇ ਉਹ ਦਾਰੂ ਕੀ ਹੈ? ਸਰਬ ਰੋਗ ਕਾ ਔਖਦ ਨਾਮ। ਸਾਰਿਆਂ ਰੋਗਾਂ ਦਾ ਜਿਹੜਾ ਔਖਦ ਕਹਿੰਦੇ ਦਾਰੂ। ਤੇ ਦਾਰੂ ਕੀ? ਮਹਾਰਾਜ ਕਹਿੰਦੇ ਨਾਮ। ਤੇ ਜਿਨ੍ਹਾਂ ਨੇ ਫਿਰ ਨਾਮ ਦੀ ਦਾਤ ਲੈ ਲਈ ਉਹਨਾਂ ਨੂੰ ਦਾਰੂ ਮਿਲ ਗਈ ਅਤੇ ਉਹ ਫਿਰ ਰੋਗ ਰਹਿਤ ਹੋ ਗਏ। ਤਾਂ ਫਿਰ ਕਹਿੰਦੇ ਵੀ ਉਹ ਜਨ ਜਿਹੜਾ ਸਰਬ ਰੋਗ ਤੇ ਉਹ ਹਰ ਜਨ ਰਹਿਤ, ਵੀ ਉਹ ਸਾਰੇ ਰੋਗਾਂ ਤੋਂ ਰਹਿਤ ਹੋ ਗਿਆ। ਫੇਰ ਮਹਾਰਾਜ ਕਹਿੰਦੇ, ਅੰਦਨ ਕੀਰਤਨ ਕੇਵਲ ਵਖਾਨ, ਗ੍ਰਹਿਸਥ ਮੈਂ ਸੋਈ ਨਿਰਵਾਨ। ਵੀ ਐਸੇ ਫਿਰ ਗੁਰਮੁਖ ਅੰਦਨ ਮਾਲਕ ਦੀ ਕੀਰਤੀ ਕਰਦੇ, ਮਾਲਕ ਦਾ ਉਹ ਹਰ ਜਸ ਕਰਦੇ, ਮਾਲਕ ਦੀ ਵਡਿਆਈ ਕਰਦੇ, ਨਾਮ ਦੇ ਨਾਲ ਜੁੜੇ। ਆਂਦਨ ਹੁੰਦਾ ਵੀ ਦਿਨ ਰਾਤ, ਵੀ ਦਿਨ ਦੇ ਸਮੇਂ ਵੀ ਉਹ ਹੁਕਮ 'ਚ ਰਹਿੰਦੇ, ਮਾਲਕ ਦੀ ਜੋ ਆਵਾਜ਼ ਨਾਮ ਨੂੰ ਸੁਣਦੇ ਰਹਿੰਦੇ, ਸਿਮਰਨ ਕਰਦੇ ਰਹਿੰਦੇ, ਨਾਲ ਪਰਮਾਤਮਾ ਨੂੰ ਦੇਖਦੇ ਰਹਿੰਦੇ, ਮਾਲਕ ਦੀ ਸੇਵਾ ਕਰਦੇ ਰਹਿੰਦੇ। ਤੇ ਜਦੋਂ ਰਾਤ ਹੁੰਦੀ ਹੈ ਸਿੱਧਾ ਹੀ ਆਪਦੇ ਘਰੇ ਚਲੇ ਜਾਂਦੇ। ਤੇ ਜਦੋਂ ਅਸੀਂ ਆਪਦੇ ਘਰ ਚਲੇ ਗਏ ਉੱਥੇ ਤਾਂ ਸੌਖੀ ਸੁੱਖ, ਉੱਥੇ ਤਾਂ ਆਨੰਦ ਹੀ ਆਨੰਦ। ਇਸ ਲਈ ਫਿਰ ਮਹਾਰਾਜ ਕਹਿੰਦੇ ਵੀ ਉਹ ਗੁਰਮੁਖ ਅਨਦਿਨ ਦਿਨ ਰਾਤ ਫਿਰ ਉਹ ਮਾਲਕ ਦੇ ਵਿੱਚ ਲੀਨ ਰਹਿੰਦੇ, ਮਾਲਕ ਦੇ ਸਨਮੁਖੀ ਰਹਿੰਦੇ। ਫਿਰ ਉਹ ਗ੍ਰਹਿਸਥ ਦੇ ਵਿੱਚ ਰਹਿੰਦੇ ਹੋਏ ਵੀ ਸੰਸਾਰ ਦੇ ਵਿੱਚ ਦਿਸਣਗੇ ਆਪਣੇ ਵਾਂਗੂ ਹੀ। ਬਈ ਆਪਾਂ ਨੂੰ ਲੱਗੇਗਾ ਵੀ ਇਹਨਾਂ 'ਚ ਵੱਖਰਾ ਕੀ ਹੈ, ਵੀ ਇਹ ਕੰਮਕਾਰ ਵੀ ਕਰਦੇ ਨੇ, ਇਹ ਪਰਿਵਾਰ 'ਚ ਵੀ ਰਹਿੰਦੇ, ਇਹ ਸਾਰਾ ਸੰਸਾਰ ਦੇ ਵਿੱਚ ਵਿਚਰਦੇ ਵੀ ਨੇ। ਬਈ ਉਹ ਆਪਾਂ ਨੂੰ ਲੱਗੇਗਾ ਵੀ ਇਹ ਸਾਡੇ ਵਰਗੀ, ਪਰ ਉਹਨਾਂ ਦਾ ਜਿਹੜਾ ਮਨ ਹੈ ਉਹ ਗ੍ਰਹਿਸਥ ਦੇ ਵਿੱਚ ਰਹਿੰਦਾ ਹੋਇਆ ਵੀ ਉਹ ਨਿਰਵਾਣ ਪਦ ਜਿਹੜਾ ਉਹ ਸਦਾ ਵਾਸਤੇ ਅਮਰ ਹੋ ਚੁੱਕੇ, ਉਹ ਵਿੱਚ ਹੀ ਮੁਕਤ ਰਹਿੰਦੇ ਨੇ। ਕਿਉਂਕਿ ਉਹਨਾਂ ਨੂੰ ਪੂਰਨ ਤੌਰ ਤੇ ਜੁਗਤੀ ਆ ਗਈ, ਉਹਨਾਂ ਨੂੰ ਤਰੀਕਾ ਆ ਗਿਆ ਵੀ ਇਹ ਸੰਸਾਰ 'ਚ ਰਹਿੰਦੇ ਹੋਏ, ਅਸੀਂ ਸਾਰਾ ਕੁਝ ਕਰਦੇ ਹੋਏ, ਪਰਿਵਾਰ 'ਚ ਗ੍ਰਹਿਸਥ 'ਚ ਰਹਿੰਦੇ ਹੋਏ ਵੀ ਕਿਵੇਂ ਅਸੀਂ ਨਿਰਲੇਪ ਰਹਿਣਾ। ਮਹਾਰਾਜ ਕਹਿੰਦੇ, ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਬਈ ਐਸੇ ਗੁਰਮੁਖ ਪਰਿਵਾਰ 'ਚ ਰਹਿੰਦੇ, ਹੱਸਦੇ ਖੇਡਦੇ ਖਾਂਦੇ ਪਹਿਨਦੇ, ਉਹ ਵਿੱਚ ਹੀ ਮੁਕਤ ਨੇ। ਸੋ ਇਸ ਵਾਸਤੇ ਫਿਰ ਉਹਨੂੰ ਕਹਿੰਦੇ ਵੀ ਉਹ ਗ੍ਰਹਿਸਥ ਦੇ ਵਿੱਚ ਰਹਿੰਦਾ ਹੋਏ, ਸੰਸਾਰ 'ਚ ਪਰਿਵਾਰ 'ਚ ਰਹਿੰਦਾ ਹੋਏ ਉਹ ਨਿਰਲੇਪ ਰਿਹਾ, ਜਿਵੇਂ ਕਮਲ ਦਾ ਫੁੱਲ ਹੁੰਦਾ ਹੈ। ਬੇਸ਼ੱਕ ਉਹਦੀ ਜੜ ਚਿੱਕੜ 'ਚ, ਪਰ ਆਪ ਉਹ ਚਿੱਕੜ ਤੋਂ ਉੱਪਰ ਉੱਠਿਆ ਰਹਿੰਦਾ ਹੈ, ਉਹਦੀ ਜੜ ਵਿੱਚ ਹੀ ਹੈ ਚਿੱਕੜ ਦੇ ਵਿੱਚ। ਜਿਵੇਂ ਮਰਗਾਬੀ ਹੈ, ਆਪਾਂ ਦੇਖਦੇ ਹਾਂ ਛੱਪੜ 'ਚ ਰਹਿੰਦੀ, ਛੱਪੜ ਦੇ ਕਿਨਾਰੇ। ਹੁਣ ਉਹ ਪਾਣੀ ਦੇ ਵਿੱਚ ਵੀ ਜਾਂਦੀ ਮਰਗਾਬੀ, ਪਾਣੀ ਦੇ ਵਿੱਚ ਚੁੱਭੀ ਵੀ ਮਾਰਦੀ, ਕਿਉਂਕਿ ਉਹਦੀ ਖੁਰਾਕ ਹੈ ਪਾਣੀ 'ਚ, ਉਹ ਆਪਦੀ ਪੇਟ ਪੂਰਤੀ ਕਰਦੀ, ਖੁਰਾਕ ਲੈਂਦੀ
ਜਦੋਂ ਪਾਣੀ 'ਚੋਂ ਬਾਹਰ ਨਿਕਲਦੀ ਉਡਾਰੀ ਮਾਰਦੀ ਤੇ ਇੱਕ ਬੂੰਦ ਵੀ ਪਾਣੀ ਦੀ ਉਹਦੇ ਨਾਲ ਨਹੀਂ ਲੈ ਕੇ ਜਾਂਦੀ, ਮਤਲਬ ਉਹਦੇ ਖੰਭ ਜਿਹੜੇ ਭਿੱਜਦੇ ਨਹੀਂ, ਉਹ ਭਿੱਜਣ ਨਹੀਂ ਦਿੰਦੀ। ਕਿਉਂ ਨਹੀਂ ਭਿੱਜਣ ਦਿੰਦੀ? ਕਿਉਂਕਿ ਉਹਦੇ ਕੋਲ ਜੁਗਤੀ ਹੈ, ਉਹਨੂੰ ਤਰੀਕਾ ਹੈ, ਉਹਨੂੰ ਗੌਰਵ, ਉਹਨੂੰ ਹੁਨਰ ਹੈ। ਇਸੇ ਤਰ੍ਹਾਂ ਹੀ ਗੁਰਮੁਖਾਂ ਪਾਸ ਵੀ ਫਿਰ ਉਹ ਜੁਗਤੀ ਹੈ, ਉਹ ਗੌਰਵ, ਉਹ ਹੁਨਰ, ਉਹ ਤਰੀਕਾ ਹੈ ਵੀ ਇਹ ਸੰਸਾਰ 'ਚ ਹਰ ਇੱਕ ਕੰਮ ਕਰਦੇ ਹੋਈ ਵੀ ਕਿਵੇਂ ਇਹ ਤੋਂ ਵਿੱਚ ਹੀ ਨਿਰਲੇਪ ਰਹਿਣਾ। ਜਿਸ ਨੂੰ ਮਹਾਰਾਜ ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਸਾਣੇ ਸ਼ਬਦ ਸੁਰਤ ਭਵ ਸਾਗਰ ਤਰੀਏ ਨਾਨਕ ਨਾਮ ਬਖਾਣੇ। ਬਈ ਐਸੇ ਗੁਰਮੁਖ ਫਿਰ ਉਹ ਮਹਾਰਾਜ ਕਹਿੰਦੇ ਵੀ ਅੰਦਨ ਮਾਲਕ ਦੀ ਕੀਰਤੀ ਕਰਦੇ ਤੇ ਉਹ ਗ੍ਰਸਥ ਦੇ ਵਿੱਚ ਰਹਿੰਦੇ ਹੋਈ, ਪਰਿਵਾਰ 'ਚ ਸੰਸਾਰ 'ਚ ਰਹਿੰਦੇ ਹੋਈ ਉਹ ਫਿਰ ਵੀ ਨਿਰਲੇਪ ਨੇ, ਉਹ ਨਿਰਵਾਣ ਪਦ 'ਤੇ ਪਹੁੰਚੇ ਹੋਏ ਨੇ, ਉਹ ਸਦਾ ਵਾਸਤੇ ਜੀਵਨ ਮੁਕਤ ਨੇ, ਉਹ ਅਮਰ ਨੇ, ਉਹਨਾਂ ਵਾਸਤੇ ਕੋਈ ਪਾਪ ਨਹੀਂ ਹੈ, ਉਹਨਾਂ ਦੇ ਮਨ 'ਤੇ ਪਾਪਾਂ ਦੀ ਮੈਲ ਨਹੀਂ ਚੜ੍ਹਦੀ, ਉਹ ਇਸ ਸੰਸਾਰ ਦੇ ਪਾਪ ਪੁੰਨ ਤੋਂ ਦੋਵਾਂ ਤੋਂ ਹੀ ਉੱਪਰ ਉੱਠੇ ਹੁੰਦੇ। ਏਰ ਮਹਾਰਾਜ ਕਹਿੰਦੇ ਏਕ ਉੱਪਰ ਜਿਸ ਜਨ ਕੀ ਆਸਾ ਤਿਸ ਕੀ ਘਟੀਏ ਜਮ ਕੀ ਹਾਸਾ। ਬਈ ਜਿਨ੍ਹਾਂ ਜੀਵਨ ਦੀ ਫਿਰ ਆਸ ਇੱਕ ਪਰਮਾਤਮਾ ਤੇ ਮਾਲਕ ਦੀ ਉਹਨਾਂ ਨੇ ਟੇਕ ਲਈ ਹੈ, ਕਿਸੇ ਹੋਰ ਜੀਵ ਦੀ ਟੇਕ ਨਹੀਂ, ਉਹਨਾਂ ਨੂੰ ਦੂਜੇ ਦੀ ਟੇਕ ਨਹੀਂ ਹੈ, ਸਿਰਫ ਆਸਾ ਹੈ ਤੇ ਪਰਮਾਤਮਾ ਦੀ, ਮਾਲਕ ਦੀ, ਉਹਦੇ ਤੇ ਆਸ ਰੱਖੀ। ਜਿਹਦੀ ਆਸ ਇੱਕ ਤੇ ਹੈ ਮਾਲਕ ਤੇ ਪਰਮਾਤਮਾ ਤੇ, ਉਹਦੀ ਫਿਰ ਇਹ ਜਮਾਂ ਦੀ ਫਾਂਸੀ ਮਾਲਕ ਆਪ ਹੀ ਕੱਟ ਦਿੰਦਾ, ਕਿਉਂਕਿ ਹੋਰ ਕਿਸੇ ਦੇ ਵੱਸ ਨਹੀਂ। ਜੇ ਅਸੀਂ ਆਖੀਏ ਵੀ ਹੋਰ ਸਾਨੂੰ ਕੋਈ ਜੀਵ ਸੁਖੀ ਕਰ ਦੇਗਾ ਜਾਂ ਹੋਰ ਸਾਡੀ ਕੋਈ ਟੇਕ, ਸਾਡਾ ਕੋਈ ਆਸਰਾ ਬਣੇਗਾ, ਇਹ ਆਸਰੇ ਝੂਠੇ ਨੇ। ਸਿਰਫ ਮਾਲਕ ਦੀ ਹੀ ਟੇਕ ਹੈ ਆਪਾਂ ਨੂੰ। ਜੇ ਅਸੀਂ ਮਾਲਕ ਦੀ ਟੇਕ ਰੱਖਾਂਗੇ, ਇੱਕ ਦੀ, ਪਰਮਾਤਮਾ ਦੀ, ਉਹਦੇ ਤੇ ਆਸ ਰੱਖਾਂਗੇ ਤੇ ਉਹ ਸਾਨੂੰ ਨਿਰਾਸ਼ ਨਹੀਂ ਹੋਣ ਦੇਗਾ। ਜੇ ਅਸੀਂ ਹੋਰ ਕਿਸੇ ਤੇ ਆਸਾ ਰੱਖਾਂਗੇ, ਉਹ ਸਾਡੀਆਂ ਆਸਾਂ ਝੂਠੀਆਂ ਨੇ ਤੇ ਸਾਨੂੰ ਨਿਰਾਸ਼ ਹੋਣਾ ਪੈਂਦਾ। ਇਸ ਲਈ ਫਰਮਾਉਂਦੇ ਕਬੀਰ ਆਸਾ ਕੀਜੇ ਏਕ ਕੀ ਅਵਰੇ ਆਸ ਨਿਰਾਸ਼, ਕਿ ਜੇ ਹੋਰ ਤੇ ਆਸ ਰੱਖਾਂਗੇ ਤੇ ਸਾਨੂੰ ਨਿਰਾਸ਼ ਹੋਣਾ ਪਏਗਾ। ਫੇਰ ਮਹਾਰਾਜ ਕਹਿੰਦੇ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨ ਲਾਗਿਆ ਜੂਖ। ਜਿਨ੍ਹਾਂ ਦੇ ਮਨ ਦੇ ਵਿੱਚ ਪਾਰ ਬ੍ਰਹਮ ਪਰਮਾਤਮਾ ਦੇ ਦਰਸ਼ਨਾਂ ਦੀ ਭੁੱਖ ਹੈ, ਜਿਨ੍ਹਾਂ ਦੇ ਅੰਦਰ ਨਾਮ ਦੀ ਭੁੱਖ ਹੈ, ਉਹਨਾਂ ਦੇ ਮਨ ਨੂੰ ਕਦੇ ਦੁੱਖ ਨਹੀਂ ਲੱਗਦਾ, ਉਹ ਮਨ ਕਦੇ ਦੁਖੀ ਨਹੀਂ ਹੁੰਦੇ। ਹੁਣ ਜਿਵੇਂ ਸਾਡੇ ਤਨ ਨੂੰ ਭੁੱਖ ਲੱਗਦੀ ਪ੍ਰਸ਼ਾਦੇ ਦੀ, ਪਿਆਸ ਲੱਗਦੀ ਪਾਣੀ ਦੀ, ਤੇ ਆਪਾਂ ਉਹ ਪਿਆਸ ਬੁਝਾਉਣ ਵਾਸਤੇ ਪਾਣੀ ਪੀ ਲੈਂਦੇ ਹਾਂ, ਭੁੱਖ ਮਿਟਾਉਣ ਵਾਸਤੇ ਪ੍ਰਸ਼ਾਦਾ ਭੋਜਨ ਛਕ ਲੈਂਦੇ। ਹੁਣ ਇਹ ਸਾਡੇ ਤਨ ਦੀ ਖੁਰਾਕ, ਸਰੀਰ ਦੀ, ਇਹ ਸਾਡੇ ਮਨ ਦੀ ਖੁਰਾਕ ਨਹੀਂ। ਮਨ ਦੀ ਖੁਰਾਕ ਵੱਖਰੀ। ਮਨ ਦੀ ਜਿਹੜੀ ਖੁਰਾਕ ਉਹ ਅੰਮ੍ਰਿਤ ਰਸ, ਅੰਮ੍ਰਿਤ ਜਲ, ਅੰਮ੍ਰਿਤ ਭੋਜਨ। ਹੁਣ ਉਹ ਸਾਨੂੰ ਭੁੱਖ ਫੇਰ ਲੱਗਦੀ ਜਦੋਂ ਅਸੀਂ ਮਨ ਦੀ ਕਿਰਤ ਕਰਾਂਗੇ, ਮਨ ਕਰਮ ਕਰੇਗਾ ਤਾਂ ਸਾਡਾ ਫੇਰ ਮਨ ਨੂੰ ਭੁੱਖ ਲੱਗੇ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ ਵੀ ਕਈ ਵਾਰ ਜੀਵ ਸਰੀਰ ਕਰਕੇ ਰੋਗੀ ਹੋ ਜਾਂਦਾ ਤੇ ਉਹਨੂੰ ਭੁੱਖ ਲੱਗਣੀ ਬੰਦ ਹੋ ਜਾਂਦੀ, ਉਹਨੂੰ ਭੁੱਖ ਨਹੀਂ ਲੱਗਦੀ ਤੇ ਫਿਰ ਉਹਨੂੰ ਦਵਾਈ ਦਵਾਉਂਦੇ ਆਪਾਂ ਵੀ ਜੇ ਤੂੰ ਕੁਛ ਖਾਵੇਂਗਾ ਨਹੀਂ ਤੇ ਤੂੰ ਹੋਰ ਬਿਮਾਰ ਹੋ ਜਾਏਗਾ, ਤੇਰੇ ਅੰਦਰ ਗਰਮੈਸ਼ ਵੱਧ ਜਾਏਗੀ, ਅਗਨ ਤੱਤ ਵੱਧ ਜਾਏਗਾ, ਤੇਰੇ ਅੰਦਰ ਹੋਰ ਰੋਗ ਪੈਦਾ ਹੋ ਜਾਣਗੇ। ਸੋ ਇਸੇ ਤਰ੍ਹਾਂ ਹੀ ਸਾਡੇ ਮਨ ਨੂੰ ਜਿਹੜੀ ਇਹ ਭੁੱਖ ਨਹੀਂ ਲੱਗਦੀ ਮਾਲਕ ਦੇ ਦਰਸ਼ਨਾਂ ਦੀ, ਨਾਮ ਦੀ, ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਕਿਰਤ ਕਰੋ। ਜਿਵੇਂ ਆਪਾਂ ਫਿਰ ਕਹਿੰਦੇ ਆ ਨਾ ਉਹ ਜੀਵ ਨੂੰ ਜਿਹੜਾ ਕਹਿੰਦਾ ਵੀ ਮੈਨੂੰ ਭੁੱਖ ਨਹੀਂ ਲੱਗਦੀ, ਪਿਆਸ ਨਹੀਂ ਲੱਗਦੀ, ਉਹਨੂੰ ਆਪਾਂ ਕਹਿੰਦੇ ਵੀ ਤੂੰ ਦਵਾਈ ਲੈ, ਤੇ ਉਹ ਡਾਕਟਰ ਵੀ ਕਹਿੰਦਾ ਵੀ ਫਿਰ ਤੂੰ ਕੋਈ ਕੰਮ ਕਰ, ਇਹ ਸਰੀਰ ਨੂੰ ਥਕਾ। ਜਦੋਂ ਤੂੰ ਸਰੀਰ ਨੂੰ ਥਕਾਏਂਗਾ ਤੇ ਤੈਨੂੰ ਭੁੱਖ ਵੀ ਲੱਗੂ, ਤੈਨੂੰ ਪਿਆਸ ਵੀ ਲੱਗੂ।
ਜੇ ਤੂੰ ਹੁਣ ਕੰਮ ਹੀ ਨਹੀਂ ਕਰੇਗਾ, ਵਿਹਲਾ ਹੀ ਪਿਆ ਰਹੇਗਾ, ਤੇ ਫਿਰ ਤੈਨੂੰ ਭੁੱਖ ਕੀ ਲੱਗਣੀ, ਕੀ ਪਿਆਸ ਲੱਗਣੀ। ਇਸੇ ਤਰ੍ਹਾਂ ਹੀ ਫਿਰ ਆਪਣੇ ਮਨ ਨੂੰ ਕਿਉਂ ਨਹੀਂ ਭੁੱਖ ਲੱਗਦੀ ਮਾਲਕ ਦੇ ਦਰਸ਼ਨਾਂ ਦੀ, ਕਿਉਂ ਨਹੀਂ ਪਿਆਸ ਲੱਗਦੀ ਸਾਡੇ ਅੰਦਰ ਮਾਲਕ ਦੇ ਦਰਸ਼ਨਾਂ ਦੀ? ਕਿਉਂਕਿ ਸਾਡਾ ਮਨ ਹੈ ਜਿਹੜਾ ਉਹ ਕੰਮ ਨਹੀਂ ਕਰਦਾ ਜਿਹੜਾ ਸਾਨੂੰ ਸਤਿਗੁਰੂ ਕਰਨ ਨੂੰ ਕਹਿ ਰਹੇ। ਹੁਣ ਉਹ ਕਰਮ ਕਿਹੜਾ? ਫਿਰ ਜਦੋਂ ਆਪਾਂ ਪੁੱਛਦੇ ਵੀ ਸਾਡੇ ਮਨ ਨੂੰ ਕਿਵੇਂ ਭੁੱਖ ਲੱਗੇ, ਕਿਵੇਂ ਪਿਆਸ ਲੱਗੇ, ਫਿਰ ਕਹਿੰਦੇ ਵੀ ਮਨ ਨੂੰ ਇਹਨੂੰ ਕਿਰਤ ਕਰਨ ਤੇ ਲਾਓ। ਕਿਹੜੀ ਕਿਰਤ? ਕਹਿੰਦੇ ਇਹਨੂੰ ਸਿਮਰਨ ਕਰਨ ਤੇ ਲਾਓ। ਹੁਣ ਜਦੋਂ ਆਪਾਂ ਜਿਉਂ-ਜਿਉਂ ਸਿਮਰਨ ਕਰਦੇ ਹਾਂ ਤੇ ਨਾਲ ਨਾਲ ਸਤ ਸੰਗਤ ਕਰਦੇ ਹਾਂ, ਫਿਰ ਸਾਨੂੰ ਭੁੱਖ ਵੀ ਲੱਗਣ ਲੱਗ ਜਾਂਦੀ, ਸਾਨੂੰ ਪਿਆਸ ਵੀ ਲੱਗਣ ਲੱਗ ਜਾਂਦੀ। ਫਿਰ ਸਾਨੂੰ ਕਹਿੰਦੇ ਨੇ ਸਾਚੇ ਨਾਮ ਕੀ ਲਾਗੇ ਭੂਖ, ਵੀ ਸੱਚੇ ਨਾਮ ਦੀ ਸਾਡੇ ਅੰਦਰ ਭੁੱਖ ਪੈਦਾ ਹੋ ਜੇ, ਸਾਨੂੰ ਪਿਆਸ ਪੈਦਾ ਹੋ ਜੇ ਮਾਲਕ ਦੇ ਦਰਸ਼ਨਾਂ ਦੀ। ਤੇ ਜਿਨ੍ਹਾਂ ਦੇ ਅੰਦਰ ਫਿਰ ਇਹ ਭੁੱਖ ਪੈਦਾ ਹੋ ਗਈ, ਉਹਨਾਂ ਦਾ ਮਨ ਫਿਰ ਦੁਖੀ ਨਹੀਂ ਹੁੰਦਾ, ਉਹ ਸ਼ਾਂਤ ਨਹੀਂ ਹੁੰਦਾ। ਕਿਉਂਕਿ ਜਦੋਂ ਸਾਨੂੰ ਭੁੱਖ ਲੱਗੇਗੀ ਤੇ ਅਸੀਂ ਉਹ ਭੁੱਖ ਨੂੰ ਮਿਟਾਉਣ ਵਾਸਤੇ ਅਸੀਂ ਸਿਮਰਨ ਕਰਾਂਗੇ, ਅਸੀਂ ਮਾਲਕ ਨੂੰ ਯਾਦ ਕਰਾਂਗੇ। ਜਦੋਂ ਅਸੀਂ ਮਾਲਕ ਨੂੰ ਚੇਤੇ ਕਰਾਂਗੇ ਤੇ ਮਾਲਕ ਨੇ ਸਾਨੂੰ ਉਹ ਖੁਰਾਕ ਦੇਣੀ, ਸਾਨੂੰ ਉਹਨੇ ਅੰਮ੍ਰਿਤ ਦੇਣਾ ਸ਼ੁਰੂ ਕਰ ਦੇਣਾ ਅੰਦਰ, ਤੇ ਉਹਦੇ ਨਾਲ ਸਾਡੇ ਮਨ ਦੀ ਤ੍ਰਿਪਤੀ ਹੋ ਜਾਣੀ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਉਹਨਾਂ ਦਾ ਜਨਮ ਸਫਲ ਹੈ ਜਿਨ੍ਹਾਂ ਨੂੰ ਫਿਰ ਇਹ ਸੱਚੇ ਨਾਮ ਦੀ, ਪਰਮਾਤਮਾ ਦੇ ਦਰਸ਼ਨਾਂ ਦੀ ਭੁੱਖ ਲੱਗਦੀ ਹੈ। ਰਮਾਉਂਦੇ ਸਭ ਜਨਮ ਤਿੰਨਾ ਕਾ ਸਫਲ ਹੈ, ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ। ਆਓ ਹੁਣ ਆਪਣੇ ਵੀ ਅੰਦਰ ਇਹ ਕਿਵੇਂ ਭੁੱਖ ਲੱਗਣੀ, ਕਿਵੇਂ ਸਾਡੇ ਮਨ ਨੂੰ ਇਹ ਪਿਆਸ ਲੱਗਣੀ, ਇਹਨੂੰ ਥੋੜ੍ਹਾ ਜਿਹਾ ਮਨ ਨੂੰ ਕਿਰਤ ਤੇ ਲਾਈਏ, ਇਹਨੂੰ ਕਰਮ ਤੇ ਲਾਈਏ, ਤਾਂ ਕਿ ਸਿਮਰਨ ਕਰੇ ਤਗੜਾ ਹੋ ਕੇ, ਤੇ ਫਿਰ ਇਹਦੇ ਅੰਦਰ ਭੁੱਖ ਪਿਆਸ ਪੈਦਾ ਹੋਵੇ ਮਾਲਕ ਦੇ ਦਰਸ਼ਨਾਂ ਦੀ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਮੁਖ ਪਿਆਰਿਓ ਆਪਣੇ ਮਨ ਦੀ ਕਿਰਤ, ਮਨ ਦਾ ਕਰਮ, ਜਿਉਂ-ਜਿਉਂ ਅਸੀਂ ਇਹ ਕਿਰਤ ਕਰਮ ਕਰਾਂਗੇ, ਜਿੰਨਾ ਅਸੀਂ ਜ਼ਿਆਦਾ ਕਰਾਂਗੇ
ਉਨੀ ਸਾਨੂੰ ਜ਼ਿਆਦਾ ਭੁੱਖ ਲੱਗੇਗੀ, ਉਨੀ ਸਾਨੂੰ ਜ਼ਿਆਦਾ ਪਿਆਸ ਲੱਗੇਗੀ, ਤੇ ਉਨੀ ਫਿਰ ਸਾਡੇ ਅੰਦਰ ਤੜਫ ਵਧਣੀ। ਤੇ ਜਦੋਂ ਸਾਡੇ ਅੰਦਰ ਤੜਫ ਹੋਏਗੀ, ਵਿਰਾਗ ਹੋਏਗਾ, ਤੇ ਫਿਰ ਹੀ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਕਿਉਂਕਿ ਜਦ ਤੱਕ ਸਾਡੇ ਅੰਦਰ ਤੜਫ ਨਹੀਂ, ਵਿਰਾਗ ਨਹੀਂ, ਉਹਨਾਂ ਸਮਾਂ ਇਹ ਮਨ ਸਾਡਾ ਮਾਇਆ ਨੂੰ ਛੱਡਦਾ ਨਹੀਂ। ਰਮਾਉਂਦੇ ਸਤਿਗੁਰੂ ਬਿਨ ਵਿਰਾਗ ਨੇ ਛੂਟ ਸਮਾਇਆ। ਸੋ ਇਸ ਵਾਸਤੇ ਫਿਰ ਜਿਉਂ-ਜਿਉਂ ਇਹ ਅਭਿਆਸ ਕਰਾਂਗੇ ਆਪਾਂ, ਤੇ ਉਹਦੇ ਮਾਲਕ ਦੀ ਕਿਰਪਾ ਹੁੰਦੀ ਜਾਂਦੀ। ਅੱਗੇ ਮਹਾਰਾਜ ਫਰਮਾਉਂਦੇ, ਜਿਸ ਕੋ ਹਰ ਪ੍ਰਭ ਮਨ ਚਿਤ ਆਵੇ, ਸੋ ਸੰਤ ਸਹੇਲਾ ਨਹੀਂ ਡੁਲਾਵੇ। ਜਿਨ੍ਹਾਂ ਦੇ ਮਨ ਦੇ ਵਿੱਚ, ਚਿੱਤ ਦੇ ਵਿੱਚ ਉਹ ਪ੍ਰਭੂ ਹੈ, ਪਰਮਾਤਮਾ, ਜਿਨ੍ਹਾਂ ਦੇ ਮਨ ਚਿੱਤ 'ਚ ਵਸ ਗਿਆ, ਜਿਨ੍ਹਾਂ ਦੇ ਚਿੱਤ 'ਚ ਵਸ ਗਿਆ, ਉਹਨਾਂ ਨੂੰ ਫਿਰ ਕਹਿੰਦੇ ਵੀ ਇਹ ਸੰਤ ਨੇ। ਹੋਰ ਸੰਤ ਕਿਸੇ ਪਹਿਰਾਵੇ ਦਾ ਇਕੱਲਾ ਨਾਂ ਨਹੀਂ ਹੈ, ਸੰਤ ਮਨ ਦੀ ਅਵਸਥਾ। ਸਾਡੇ ਮਨ ਨੇ ਸੰਤ ਬਣਨਾ। ਤੇ ਮਹਾਰਾਜ ਕਹਿੰਦੇ ਫਿਰ ਜਿਨ੍ਹਾਂ ਦੇ ਚਿੱਤ 'ਚ ਮਾਲਕ ਹੈ, ਪਰਮਾਤਮਾ ਦੀ ਯਾਦ ਜਿਨ੍ਹਾਂ ਦੇ ਹਿਰਦੇ 'ਚ ਵਸੀ ਹੈ, ਉਹ ਸੰਤ ਸਦਾ ਸਹੇਲੇ, ਸਦਾ ਸੁਖੀ ਨੇ। ਉਹਨਾਂ ਦਾ ਮਨ ਜਿਹੜਾ ਉਹ ਕਦੇ ਡੋਲਦਾ ਨਹੀਂ, ਉਹ ਘਾਬਰਦਾ ਨਹੀਂ ਹੈ। ਸੰਸਾਰ ਦੇ ਵਿੱਚ ਚਾਹੇ ਉਹਨਾਂ ਨੂੰ ਵੰਦ ਕੱਟ ਦਿੱਤਾ, ਉਹ ਤਾਂ ਨਹੀਂ ਘਾਬਰੇ। ਚਾਹੇ ਉਹਨਾਂ ਨੂੰ ਚਰਖੜੀਆਂ ਤੇ ਚਾੜ ਦਿੱਤਾ, ਉਹ ਤਾਂ ਨਹੀਂ ਘਬਰਾਏ। ਸੋ ਇਹ ਹੈ ਵੀ ਜਦੋਂ ਸਾਡੇ ਹਿਰਦੇ ਵਿੱਚ ਮਾਲਕ ਵਸ ਗਿਆ, ਤੇ ਫਿਰ ਸਾਨੂੰ ਘਬਰਾਹਟ ਨਹੀਂ ਹੁੰਦੀ, ਫਿਰ ਅਸੀਂ ਦੁਖੀ ਨਹੀਂ ਹੋਵਾਂਗੇ। ਸੰਸਾਰ ਦੇ ਵਿੱਚ ਜੋ ਮਰਜ਼ੀ ਹੋਈ ਜਾਵੇ, ਸਾਡਾ ਜਿਹੜਾ ਮਨ ਹੈ ਉਹ ਨਹੀਂ ਘਾਬਰੇਗਾ, ਕਿਉਂਕਿ ਉਹ ਜਿੱਥੇ ਘਬਰਾਹਟ ਸੀ ਉੱਥੇ ਮਾਲਕ ਆ ਕੇ ਵਸ ਗਿਆ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਉਹ ਚੀਜ਼ਾਂ ਨੂੰ ਫਿਰ ਉੱਥੇ ਥਾਂ ਹੀ ਨਹੀਂ। ਜਿੱਥੇ ਪਹਿਲਾਂ ਸਾਡੇ ਅੰਦਰ ਸਹਿਮ ਸੀ, ਦੁੱਖ ਸੀ, ਉੱਥੇ ਅਸੀਂ ਪਰਮਾਤਮਾ ਨੂੰ ਵਸਾ ਲਿਆ, ਪਾਰ ਬ੍ਰਹਮ ਨੂੰ ਵਸਾ ਲਿਆ। ਤੇ ਜਿੱਥੇ ਮਾਲਕ ਵਸ ਗਿਆ, ਉੱਥੇ ਦੁੱਖ ਤਾਂ ਉਦਾਂ ਹੀ ਨਹੀਂ ਆ ਸਕਦਾ। ਇਸ ਕਰਕੇ ਫਿਰ ਉਹਨੂੰ ਕਹਿੰਦੇ ਵੀ ਉਹ ਸੰਤ ਸਹੇਲੇ ਸੁਖੀ ਨੇ, ਉਹ ਕਦੇ ਨਹੀਂ ਡੋਲਦੇ, ਉਹਨਾਂ ਦਾ ਮਨ ਕਦੇ ਨਹੀਂ ਦੁਖੀ ਹੁੰਦਾ, ਉਹ ਘਬਰਾਉਂਦੇ ਨਹੀਂ ਹੈ। ਫਿਰ ਮਹਾਰਾਜ ਕਹਿੰਦੇ, ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕਹੋ ਕਿਸ ਤੇ ਡਰੇ। ਬਈ ਜਿਹਦੇ ਤੇ ਫਿਰ ਪਰਮਾਤਮਾ ਨੇ, ਮਾਲਕ ਨੇ ਆਪਣੀ ਕਿਰਪਾ ਕਰ ਦਿੱਤੀ, ਫਿਰ ਉਹਨਾਂ ਨੂੰ ਮਹਾਰਾਜ ਕਹਿੰਦੇ ਉਹ ਜਿਹੜੇ ਸੇਵਕ, ਉਹਨਾਂ ਨੂੰ ਕਿਹੜੀ ਗੱਲ ਦਾ ਡਰ ਰਹਿ ਗਿਆ? ਉਹਨਾਂ ਨੂੰ ਕਿਸੇ ਗੱਲ ਦਾ, ਕਿਸੇ ਤੋਂ ਕੋਈ ਡਰ ਨਹੀਂ ਹੈ। ਉਹਨਾਂ ਨੂੰ ਨਾ ਤਾਂ ਜਮਾਂ ਦਾ ਡਰ ਹੈ, ਨਾ ਉਹਨਾਂ ਨੂੰ ਮੌਤ ਦਾ ਭੈ ਹੈ, ਮੌਤ ਦਾ ਕੋਈ ਡਰ ਹੈ। ਇਸ ਵਾਸਤੇ ਉਹਨਾਂ ਦੇ ਲਾਗੇ ਤਾਂ ਜੰਮ ਨਹੀਂ ਆਉਂਦੇ। ਪਰਮਾਤਮਾ ਆਪ ਨਿਰਭਉ ਹੈ, ਤੇ ਉਹਨੂੰ ਜਦੋਂ ਅਸੀਂ ਮਿਲ ਲੈਂਦੇ ਹਾਂ ਤੇ ਸਾਡਾ ਮਨ ਵੀ ਨਿਰਭਉ ਹੋ ਜਾਂਦਾ, ਇਹ ਭੈ ਤੋਂ, ਡਰ ਤੋਂ ਰਹਿਤ ਹੋ ਜਾਂਦਾ। ਇਸ ਲਈ ਮਹਾਰਾਜ ਕਹਿੰਦੇ, ਨਿਰਭਉ ਜਪੈ ਸਗਲ ਭਉ ਮਿਟੇ। ਕਿ ਜਦੋਂ ਅਸੀਂ ਨਿਰਭਉ ਪਰਮਾਤਮਾ ਨੂੰ ਜਪਾਂਗੇ ਤੇ ਸਾਡੇ ਭੈ ਹੀ ਖਤਮ ਹੋ ਜਾਣੇ। ਪਹਿਲਾਂ ਨਹੀਂ ਕਿੰਨੇ ਭੈ ਹੁੰਦੇ, ਕਿੰਨਾ ਡਰ ਹੁੰਦਾ ਜੀਵਨ, ਮੌਤ ਦਾ ਡਰ, ਸੰਸਾਰ ਦੇ ਵਿੱਚ ਹੋਰ ਕਿੰਨੇ ਡਰ, ਕਿਸੇ ਦੁਨਿਆਵੀ ਧਨ ਦਾ ਡਰ ਵੀ ਮੇਰੇ ਕੋਲੋਂ ਚਲਾ ਨਾ ਜਾਵੇ, ਕਿਸੇ ਨੂੰ ਅਹੁਦੇ ਦਾ ਡਰ ਵੀ ਮੇਰਾ ਅਹੁਦਾ ਨਾ ਚਲਾ ਜਾਵੇ, ਕਿੰਨੇ ਡਰ, ਕਿੰਨੇ ਸਹਿਮ। ਤੇ ਜਿਹੜੇ ਮਾਲਕ ਦੇ ਸੇਵਕ, ਉਹਨਾਂ ਨੂੰ ਕੋਈ ਡਰ ਨਹੀਂ ਹੈ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜਦੋਂ ਅਸੀਂ ਪਰਮਾਤਮਾ ਨੂੰ ਜਪਾਂਗੇ, ਉਹ ਸਾਨੂੰ ਆਪਦੇ ਵਰਗੀ ਕਰ ਲੈਂਦਾ। ਜਿਹੜੇ ਗੁਣ ਮਾਲਕ 'ਚ ਨੇ, ਉਹੀ ਉਹਦੇ ਭਗਤਾਂ 'ਚ, ਉਹੀ ਸੰਤਾਂ 'ਚ ਆ ਜਾਂਦੇ ਨੇ। ਫਿਰ ਮਹਾਰਾਜ ਕਹਿੰਦੇ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਬਈ ਉਹਨਾਂ ਗੁਰਮੁਖਾਂ ਨੇ ਫਿਰ ਪਰਮਾਤਮਾ ਨੂੰ ਜਿੱਦਾਂ ਦਾ ਹੈਗਾ ਉੱਦਾਂ ਦਾ ਸਪਸ਼ਟ ਉਹਨੂੰ ਦੇਖ ਲਿਆ। ਬਈ ਐਸੀ ਕੋਈ ਥਾਂ ਨਹੀਂ ਜਿੱਥੇ ਤੂੰ ਪ੍ਰਕਾਸ਼ ਰੂਪ ਨਹੀਂ ਮੌਜੂਦ ਹੈ, ਤੂੰ ਅੰਦਰ ਵੀ ਤੇਰੀ ਜੋਤ ਹੈ ਤੇ ਬਾਹਰ ਵੀ ਤੂੰ ਹੀ ਤੂੰ ਹੈ। ਫਿਰ ਮਹਾਰਾਜ ਕਹਿੰਦੇ ਵੀ ਜਿਹੜਾ ਉਹਦਾ ਇਹ ਕਾਰਜ ਮਾਲਕ ਦਾ, ਇਹ ਜੋ ਉਸਨੇ ਖੇਲ ਮਾਲਕ ਨੇ ਬਣਾਈ ਹੈ,
ਉਹਨੇ ਆਪਣਾ ਸਰਗਮ ਰੂਪ ਬਣਾ ਕੇ ਆਪ ਹੀ ਵਿੱਚ ਸਮਾਇਆ ਹੋਇਆ ਹੈ। ਜਿਵੇਂ ਇਹ ਆਕਾਰ ਹੈ ਤੇ ਮਾਲਕ ਨਿਰੰਕਾਰ ਹੈ, ਤੇ ਮਹਾਰਾਜ ਕਹਿੰਦੇ ਨਿਰੰਕਾਰ ਆਕਾਰ ਹੈ ਆਪੇ, ਵੀ ਆਪ ਹੀ ਨਿਰੰਕਾਰ ਆਕਾਰ ਦੇ ਵਿੱਚ ਉਹਨੇ ਆਪਣਾ ਦੂਸਰਾ ਸਰਗਮ ਰੂਪ ਪ੍ਰਗਟ ਕੀਤਾ। ਮਾਲਕ ਨਿਰਗੁਣ ਹੈ, ਇਸ ਨੂੰ ਸਰਗੁਣ ਕਹਿ ਦਿੱਤਾ। ਪਰਮਾਤਮਾ ਨਿਰੰਕਾਰ ਹੈ, ਇਸ ਨੂੰ ਆਕਾਰ ਕਹਿ ਦਿੱਤਾ। ਉਹ ਅਦ੍ਰਿਸ਼ਟ ਹੈ, ਇਸ ਨੂੰ ਦ੍ਰਿਸ਼ਟਮਾਨ ਕਹਿ ਦਿੱਤਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿੱਦਾਂ ਮਾਲਕ ਫਿਰ ਸਾਰਿਆਂ ਦੇ ਵਿੱਚ ਉਹ ਵਿਆਪਕ ਹੈ, ਸਵਾਈਮਾਨ ਹੈ, ਫਿਰ ਉਹ ਗੁਰਮੁਖ ਨੇ ਜਿਹੜੇ ਉਹਨੂੰ ਪ੍ਰਤੱਖ ਫਿਰ ਉਸ ਰੂਪ ਦੇ ਵਿੱਚ ਮਾਲਕ ਨੂੰ ਦੇਖ ਲੈਂਦੇ। ਫੇਰ ਮਹਾਰਾਜ ਕਹਿੰਦੇ ਸੋਧਤ 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 ਸੀਜਿਆ ਗੁਰ ਪ੍ਰਸਾਦ ਤਤ ਸਭ ਬੂਝਿਆ। ਵੀ ਗੁਰਮੁਖਾਂ ਨੇ ਫਿਰ ਇਸ ਕਾਇਆ ਨੂੰ ਸੋਧ ਕੇ ਫਿਰ ਉਹਨਾਂ ਨੇ ਕਾਇਆ ਦੀ ਖੋਜ ਕਰਕੇ ਫਿਰ ਜੋ ਗੁਰੂ ਦੀ ਕਿਰਪਾ ਦੁਆਰਾ ਗੁਰ ਪ੍ਰਸਾਦ ਦੁਆਰਾ ਜੋ ਹਰ ਤੱਤ ਹੈ ਉਸ ਤੱਤ ਨੂੰ ਬੁੱਝ ਲਿਆ। ਤੱਤ ਕਹਿੰਦੇ ਨਾਮ ਨੂੰ, ਜਿਹਨੂੰ ਬੀਜ ਮੰਤਰ ਆਖਿਆ, ਹਰ ਤੱਤ ਆਖਿਆ, ਜਿਸ ਨੂੰ ਮੂਲ ਮੰਤਰ ਆਖਿਆ। ਇਹ ਜਿਹੜਾ ਹਰ ਤੱਤ ਹੈ, ਜਦੋਂ ਅਸੀਂ ਹਰ ਤੱਤ ਨੂੰ ਬੁੱਝ ਲਿਆ, ਹਰ ਤੱਤ ਨੂੰ ਜਾਣ ਲਿਆ, ਫਿਰ ਅਸੀਂ ਸਦਾ ਵਾਸਤੇ ਜੀਵਨ ਮੁਕਤ, ਸਦਾ ਵਾਸਤੇ ਅਸੀਂ ਅਮਰ ਹੋ ਜਾਂਦੇ। ਨਹੀਂ ਤਾਂ ਜੀਵ ਬੇਸ਼ੱਕ ਉਹਦਾ ਗੁਰਬਾਣੀ ਵੀ ਪੜ੍ਹਦਾ, ਪਰ ਜੇ ਉਹ ਹਰ ਤੱਤ ਨੂੰ ਨਹੀਂ ਜਾਣਦਾ ਫਿਰ ਉਹ ਤ੍ਰੈ ਗੁਣਾਂ 'ਚ ਪੜ੍ਹਦਾ। ਜਿਸ ਵਰਤਾਈ ਫਰਮਾਉਂਦੇ ਤ੍ਰੈ ਗੁਣ ਪਰੇ ਹਰ ਤੱਤ ਨਾ ਜਾਣੇ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ। ਪੜ੍ਹਦਾ ਤਾਂ ਮਨਮੁਖ ਵੀ ਹੈ, ਪਰ ਉਹ ਗੁਰਬਾਣੀ ਨੂੰ ਪੜ੍ਹਦਾ ਤ੍ਰੈ ਗੁਣਾਂ 'ਚ। ਜਦੋਂ ਪੜ੍ਹਦਾ ਉਹ ਸੰਸਾਰ ਦੇ ਮਤਲਬ ਕੱਢਦਾ, ਆਪਦੀ ਮੱਤ ਦੁਆਰਾ ਉਹ ਅਰਥ ਕਰ ਲੈਂਦਾ। ਤੇ ਜੇ ਉਹਨੂੰ ਪੁੱਛੀਏ ਵੀ ਹਰ ਤੱਤ ਦਾ ਪਤਾ, ਉਹ ਹਰ ਤੱਤ ਨੂੰ ਜਾਣਦਾ ਨਹੀਂ। ਤੇ ਗੁਰਮੁਖਾਂ ਨੇ ਉਹ ਜੋ ਹਰ ਤੱਤ ਸੀ ਉਹ ਤੱਤ ਨੂੰ ਬੁੱਝ ਲਿਆ, ਨਾਮ ਨੂੰ ਬੁੱਝ ਲਿਆ। ਫੇਰ ਮਹਾਰਾਜ ਕਹਿੰਦੇ ਜਬ ਦੇਖੂੰ ਤਬ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈ ਅਸੂਲ। ਫੇਰ ਉਹ ਗੁਰਮੁਖ ਜਦੋਂ ਵੀ ਦੇਖਦੇ, ਉਹ ਦੇਖਦੇ ਆਪਣੇ ਮੂਲ ਨੂੰ। ਮੂਲ ਕਹਿੰਦੇ ਸੱਚ ਪਰਮਾਤਮਾ ਨੂੰ, ਵੀ ਜਿੱਥੋਂ ਇਹ ਸਾਰਾ ਸ੍ਰਿਸ਼ਟੀ ਜਿਹੜੀ ਪੈਦਾ ਹੋਈ, ਜਿੱਥੋਂ ਇਹ ਖੇਲ ਚੱਲਿਆ ਸਾਰਾ। ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਉਹ ਆਪ ਹੀ ਸੂਖਮ ਤੇ ਆਪ ਹੀ ਅਸਥੂਲ ਹੈ। ਵੀ ਜੋ ਪਰਮਾਤਮਾ ਮੂਲ, ਜੋ ਸਾਡਾ ਪ੍ਰਕਾਸ਼, ਉਸ ਨੂੰ ਸੂਖਮ ਕਹਿੰਦੇ। ਸੂਖਮ ਹੁੰਦਾ ਵੀ ਜਿਹੜਾ ਸਾਨੂੰ ਦਿਖਾਈ ਨਹੀਂ ਦਿੰਦਾ। ਅਸਥੂਲ ਹੁੰਦਾ ਵੀ ਜਿਹੜਾ ਸਾਨੂੰ ਇਹ ਅੱਖਾਂ ਨਾਲ ਦਿਖਾਈ ਦਿੰਦਾ, ਵੀ ਜਿਵੇਂ ਇਹ ਸਰੀਰ ਹੈ ਇਹ ਆਪਾਂ ਨੂੰ ਦਿੰਦਾ, ਇਹਨੂੰ ਅਸਥੂਲ ਕਹਿੰਦੇ। ਸੂਖਮ ਕਹਿੰਦੇ ਵੀ ਜਿਹੜਾ ਇਹਦੇ ਅੰਦਰ ਵਸਦਾ ਉਹ ਸਾਨੂੰ ਦਿਖਾਈ ਨਹੀਂ ਦਿੰਦਾ, ਉਹਨੂੰ ਸੂਖਮ ਕਹਿੰਦੇ। ਹੁਣ ਮਹਾਰਾਜ ਕਹਿੰਦੇ ਸੂਖਮ ਮੈਂ ਜਾਣੇ ਅਸਥੂਲਾ, ਲਖੀ ਨਾ ਜਾਈ ਨਾਨਕ ਲੀਲਾ। ਵੀ ਜਿਹੜੇ ਗੁਰਮੁਖਾਂ ਨੇ ਸੂਖਮ ਦੇ ਵਿੱਚ ਇਹ ਅਸਥੂਲ ਰੂਪ ਨੂੰ ਦੇਖ ਲਿਆ, ਜਾਣ ਲਿਆ, ਫਿਰ ਇਸੇ ਤਰ੍ਹਾਂ ਹੀ ਜੋ ਗੁਰਮੁਖ ਫਿਰ ਉਹ ਜਦੋਂ ਦੇਖਦੇ, ਫਿਰ ਉਹ ਆਪਣੇ ਮੂਲ ਨੂੰ, ਪਰਮਾਤਮਾ ਨੂੰ, ਉਹ ਸੂਖਮ ਦੇ ਵਿੱਚ ਵੀ ਦੇਖਦੇ, ਨਿਰਗੁਣ 'ਚ ਵੀ ਉਹ ਸਮਾਇਆ ਹੋਇਆ, ਤੇ ਅਸਥੂਲ ਦੇ ਵਿੱਚ ਵੀ ਦੇਖਦੇ, ਇਹਦੇ ਵਿੱਚ ਵੀ ਉਹ ਮੌਜੂਦ ਹੈ। ਜੋ ਮਹਾਰਾਜ ਕਹਿੰਦੇ ਸਭ ਘਟ ਮੇਰੇ ਔਰ ਸਭਨਾ ਅੰਦਰ, ਵੀ ਜਿੰਨੇ ਵੀ ਘਟ ਸਰੀਰ ਨੇ ਸਾਰੇ ਮੇਰੇ ਹੀ ਨੇ, ਮੈਂ ਸਭ ਦੇ ਅੰਦਰ ਵਸਦਾ। ਇਹ ਸਾਰੇ ਮੈਂ ਆਪਦੇ ਰਹਿਣ ਵਾਸਤੇ ਘਰ ਬਣਾਏ ਹੋਏ ਨੇ। ਇਸ ਲਈ ਇਹ ਜਿਹੜਾ ਸਰੀਰ, ਇਸ ਨੂੰ ਹਰੀ ਦਾ ਮੰਦਰ ਵੀ ਕਹਿ ਦਿੱਤਾ। ਜਦੋਂ ਸਾਨੂੰ ਗਿਆਨ ਹੁੰਦਾ, ਗਿਆਨ ਨੂੰ ਰਤਨ ਆਖੀਏ, ਫਿਰ ਸਾਨੂੰ ਪਤਾ ਲੱਗਦਾ ਵੀ ਇਹ ਹਰੀ ਦਾ ਮੰਦਰ ਹੈ। ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਹਰ ਮੰਦਰ ਮੇ ਹਰ ਵਸੇ, ਸਰਬ ਨਿਰੰਤਰ ਸੋਏ। ਵੀ ਫਿਰ ਸਾਨੂੰ ਪਤਾ ਲੱਗਦਾ ਵੀ ਇਹ ਤਾਂ ਹਰੀ ਦਾ ਮੰਦਰ, ਇਹਦੇ ਵਿੱਚ ਮਾਲਕ ਆਪ ਬੋਲ ਰਿਹਾ। ਤਾਈਓ ਜਦੋਂ ਗੁਰੂ ਅਮਰਦਾਸ ਜੀ ਨੇ ਸੁਣਿਆ ਤੇ ਫਿਰ ਉਹਨਾਂ ਦੇ ਮਨ 'ਚ ਕਿੰਨਾ ਚਾਅ ਪੈਦਾ ਹੋਇਆ, ਆਪਾਂ ਨੂੰ ਕਿੰਨੇ ਚਾਅ 'ਚ ਦੱਸਣ ਲੱਗੇ। ਮਨ ਚਾਉ ਭਇਆ ਪ੍ਰਭ ਅਗੰਮ ਸੁਣਿਆ, ਹਰ ਮੰਗਲ ਗਾਓ ਸਖੀ ਕਰੇ ਮੰਦਰ ਬਣਿਆ। ਵੀ ਸਾਰੇ ਮਾਲਕ ਦੇ ਉਹ ਮੰਗਲ, ਉਹਦੇ ਗੀਤ ਗਾਓ, ਵੀ ਇਹ ਤਾਂ ਹਰੀ ਦਾ ਮੰਦਰ, ਇਹਦੇ ਵਿੱਚ ਤਾਂ ਪਰਮਾਤਮਾ ਆਪ ਵਸਦਾ, ਆਪ ਬੋਲ ਰਹੇ। ਸੋ ਇਸ ਵਾਸਤੇ ਹੁਣ ਆਪਾਂ ਜੋ ਸਤਿਗੁਰੂ ਇਹ ਆਪਾਂ ਨੂੰ ਭੇਜ ਦੇ ਰਹੇ, ਇਸ ਭੇਤ ਨੂੰ ਲੈਣ ਵਾਸਤੇ
ਵਾਚੋ ਵਾਦੇ ਆਪਾਂ ਸਿਮਰਨ ਅਭਿਆਸ ਕਰਨਾ ਹੈ। ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਪੜ੍ਹ ਕੇ ਆਪਾਂ ਵਿਚਾਰਨਾ, ਖੋਜਣਾ ਅਤੇ ਵਾਚੋ ਵਾਦੇ ਆਪਾਂ ਸਤ ਸੰਗਤ ਕਰਨੀ ਹੈ, ਤਾਂ ਕਿ ਸਾਡੇ ਮਨ ਦੇ ਵਿੱਚ ਵੀ ਇਹ ਭੁੱਖ, ਇਹ ਪਿਆਸ ਪੈਦਾ ਹੋਵੇ ਮਾਲਕ ਦੇ ਦਰਸ਼ਨਾਂ ਦੀ। ਇਹ ਜਿਹੜਾ ਸਾਡਾ ਮਾਤਾ ਪਿਤਾ ਹੈ, ਵੀ ਅਸੀਂ ਉਹਨੂੰ ਦੇਖੀਏ ਤਾਂ ਸਹੀ ਵੀ ਉਹ ਕਿਹੋ ਜਿਹਾ ਦਿਖਦਾ, ਜਿਹੜਾ ਸਾਡਾ ਜਨਮ ਦਾਤਾ ਹੈ, ਇਹ ਜਿਹੜਾ ਸਾਨੂੰ ਪਾਲ ਰਿਹਾ, ਸਵਾਸ ਦੇ ਕੇ ਜਿਉਂਦਾ ਰੱਖ ਰਿਹਾ ਹੈ, ਵੀ ਅਸੀਂ ਉਹਦੇ ਸਨਮੁਖ ਤਾਂ ਹੋਈਏ ਵੀ ਸਾਡਾ ਮਾਂ ਪਿਓ ਹੈ ਕਿ ਜਾਂ ਅਸੀਂ ਤਾਂ ਉਹਦਾ ਚੇਨ ਚੱਕਰ ਹੀ ਭੁੱਲ ਚੁੱਕੇ। ਹੁਣ ਇਹ ਸਾਡੇ ਅੰਦਰ ਤੜਫ, ਸਾਡੇ ਅੰਦਰ ਇਹ ਵਿਰਾਗ ਹੋਣਾ ਚਾਹੀਦਾ ਹੈ, ਤੇ ਜੇ ਹੋਏਗਾ ਤੇ ਫਿਰ ਅਸੀਂ ਉਹਦੇ ਬਾਰੇ ਪੁੱਛਾਂਗੇ। ਵੀ ਜਿਹੜੇ ਜਾਣਦੇ, ਜਿਹੜੇ ਗੁਰਮੁਖਾਂ ਨੇ ਦੇਖਿਆ, ਫਿਰ ਆਪਾਂ ਉਹਨਾਂ ਤੋਂ ਪੁੱਛਾਂਗੇ ਵੀ ਸਾਨੂੰ ਦੱਸੋ, ਸਾਨੂੰ ਸਾਡੇ ਮਾਤਾ ਪਿਤਾ ਦਾ ਭੇਤ ਦਿਓ। ਤੇ ਜੇ ਸਾਡੇ ਅੰਦਰ ਇਹ ਤੜਫ ਹੀ ਨਹੀਂ, ਉਹਦੇ ਦਰਸ਼ਨਾਂ ਦੀ ਸਾਡੇ ਅੰਦਰ ਭੁੱਖ ਹੀ ਨਹੀਂ, ਪਿਆਸ ਹੀ ਨਹੀਂ, ਫਿਰ ਅਸੀਂ ਪੁੱਛਣਾ ਹੀ ਨਹੀਂ। ਫਿਰ ਅਸੀਂ ਪੁੱਛਣਾ ਕੀ ਹੈ ਵੀ ਕੋਈ ਨਹੀਂ ਜੀ, ਕਿਉਂਕਿ ਪੁੱਛਦਾ ਤਾਂ ਜੇ ਜੀ ਮਿਲਣਾ ਚਾਹਵੇ। ਹੁਣ ਆਪਾਂ ਜੇ ਕਿਸੇ ਨੂੰ ਮਿਲਣਾ ਚਾਹੀਏ ਜਿਹਦੇ ਨਾਲ ਸਾਡਾ ਪਿਆਰ ਹੈ, ਫਿਰ ਹੀ ਆਪਾਂ ਉਹਦੇ ਬਾਰੇ ਪੁੱਛਦੇ ਹਾਂ, ਫਿਰ ਹੀ ਆਪਾਂ ਉਹਨੂੰ ਮਿਲਦੇ ਹਾਂ। ਤੇ ਜਿਹਦੇ ਨਾਲ ਸਾਡਾ ਪਿਆਰ ਹੀ ਨਹੀਂ ਤੇ ਆਪਾਂ ਕਹਿੰਦੇ ਇਹ ਤੋਂ ਅਸੀਂ ਮਿਲ ਕੇ ਲੈਣਾ ਕੀ ਹੈ, ਕੀ ਕਰਾਉਣਾ ਮਿਲ ਕੇ। ਇਸ ਵਾਸਤੇ ਫਿਰ ਜਿਹੋ ਜਿਹੇ ਆਪਾਂ ਇਹ ਸਿਮਰਨ ਕਰਦੇ, ਸਤ ਸੰਗਤ ਕਰਦੇ, ਸਾਡੇ ਮਨ ਤੋਂ ਮੈਲ ਉਤਰਦੀ, ਫਿਰ ਸਾਡੇ ਅੰਦਰ ਇਹ ਤੜਫ ਤੇ ਵਿਰਾਗ ਪੈਦਾ ਹੁੰਦਾ। ਜਦੋਂ ਮਨ ਦੀ ਮੈਲ ਉਤਰੇਗੀ, ਜਦ ਤੱਕ ਮਨ ਮੈਲਾ ਇਹਦੀ ਸੋਚ ਹੀ ਬੰਦ ਹੈ, ਫਿਰ ਇਹ ਜੇ ਰੋਏਗਾ, ਵਿਰਾਗ ਕਰੇਗਾ ਵੀ ਇਹ ਸੰਸਾਰੀ ਮਾਇਆ ਵਾਸਤੇ ਕਰੇਗਾ, ਮਾਲਕ ਵਾਸਤੇ ਨਹੀਂ ਕਰਦਾ। ਇਸ ਵਾਸਤੇ ਹੁਣ ਆਪਾਂ ਇਹ ਵੱਧ ਤੋਂ ਵੱਧ ਫਿਰ ਸੰਗਤ ਕਰਨੀ ਹੈ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਤੇ ਉਸੇ ਗਿਆਨ ਨੂੰ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜਾਵੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।